मारू। महला पहला। गुरमुख समझै रोग ना होई। एह गुर की पौड़ी जानै जन कोई। गुरमुख समझै रोग ना होई। एह गुर की पौड़ी जानै जन कोई। जुगा जुगंतर मुकत परायण। सो मुकत भया पत पाइंदा। पंच तत् सुन्नह परगासा। देह संजोगी कर्म अभ्यासा। बुरा भला दोए मस्तक लिखे। पाप पुण्य बीजाएंदा। ऊतम सतगुर पुरख निराले। शबद रते हर रस मत वाले। रिद्ध बुद्ध सिद्ध ज्ञान। गुरु ते पाइयै पूरा भाग। मिलाएंदा ऊतम सतगुर पुरख निराले। शबद रते हर रस मत वाले। रिद्ध बुद्ध सिद्ध ज्ञान। गुरु ते पाइयै पूरा भाग। मिलाएंदा। परम सन्मानयोग जुगो जुग अटल श्री गुरु ग्रंथ साहब जी की मुकद्दस गोद विच विराजमान बहुत ही सन्मानयोग गुरु स्वरूप साध संगत जी, गुरु बख्शी फतेह अर्ज कर रहा हाँ प्रवान करनी जी। वाहिगुरु जी का खालसा वाहिगुरु जी की फतेह। महान बख्शिश है गुरुदेव दी कि हजूर ने ये सबब बनाया है जो असां तुसां सारियां नूं गुरु चरनां विच बराजण दा इस भाग समा प्राप्त होया। सो आप गुरु प्यार वालियां ने गुरु चरनां विच बराज के गुरु सवारियां तो आशा की वार दे शब्द कीर्तन सरवण करके लाहे प्राप्त किए हैं। गुरुदेव आप सबना दियां हाजरियां तिल फुल सेवावां पेटावां प्रवान कर चढ़दी कला बख्शन जी। लड़ीवार गुरु ग्रंथ साहब दे पवित्र बचनां दी विचार अधीन आप जी ने जो गुरु नानक साहब महाराज दे उचारण किए हुए बचन सरवण किए हैं। ये मारू सोलहे महला पहला दे सरलेख हेठ बचन श्री गुरु ग्रंथ साहब जी दे पावन पन्ना 1038 ते ये शब्द दर्ज है। कल सवेर दे दीवान विच भी जो गुरप्रसाद का कॉन्सैप्ट है सिखिज़म विच बहुत मेजर ये पहलू है।
ਉਂਝ ਤੇ ਹਰ ਧਰਮ ਵਿੱਚ ਹੀ ਉਸ ਧਰਮ ਵਿੱਚ ਪ੍ਰਵੇਸ਼ ਹੋਣ ਦੀ ਇੱਕ ਵਿਸ਼ੇਸ਼ ਵਿਧੀ ਨੂੰ ਮਹੱਤਵ ਦਿੱਤਾ ਗਿਆ ਹੈ, ਭਾਵੇਂ ਉਹਨੂੰ ਬਪਤਿਸਮਾ, ਸੁੰਨਤ, ਯੱਗਯੋਪਵੀਤ, ਦੀਕਸ਼ਿਤ ਹੋਣਾ ਇਤਿਆਦਿ ਸ਼ਬਦਾਂ ਨਾਲ ਜਾਣਿਆ ਜਾਂਦਾ ਹੈ। ਠੀਕ ਇਸੇ ਤਰ੍ਹਾਂ ਸਿੱਖੀਜ਼ਮ ਵਿੱਚ ਵੀ ਜਗਿਆਸੂ ਲਈ ਗੁਰਪ੍ਰਸਾਦ ਦਾ ਪਾਤਰ ਬਣਨਾ ਬਹੁਤ ਜ਼ਰੂਰੀ ਹੈ, ਗੁਰੂ ਕਿਰਪਾ ਦਾ ਪਾਤਰ ਬਣਨਾ। ਗੁਰਮੁਖ ਉਸੇ ਨੂੰ ਕਹਿੰਦੇ ਨੇ ਜਿਸ ਦਾ ਮੁੱਖ ਆਪਣੇ ਗੁਰੂ ਵੱਲ ਹੋਵੇ, ਔਰ ਮਨਮੁਖ ਉਸ ਨੂੰ ਕਹਿੰਦੇ ਨੇ ਜਿਸ ਦਾ ਮੁੱਖ ਆਪਣੇ ਮਨ ਵੱਲ ਹੋਵੇ। ਅਰਥਾਤ ਜੋ ਮਨ ਕਵੇ ਮਨੁੱਖ ਕਰੇ, ਉਹ ਮਨਮੁਖ। ਜੋ ਗੁਰੂ ਤੋਂ ਪੁੱਛ ਕੇ ਕਰੇ, ਉਹ ਗੁਰੂਮੁਖ। ਹਾਲਾਂਕਿ ਇਹ ਸੌਖੀ ਗੱਲ ਨਹੀਂ। ਅਸੀਂ ਸਾਰੇ, ਮੈਂ, ਤੁਸੀਂ, ਅਸੀਂ ਬਹੁਤ ਸਾਰੇ ਕੰਮ ਮਨ ਦੇ ਆਖੇ ਹੀ ਕਰਨੇ ਆ, ਪਰ ਇਹ ਵਿਚਾਰਾਂ ਤਾਂ ਕਰਨੀਆਂ ਨੇ ਵੀ ਆਹਿਸਤਾ ਆਹਿਸਤਾ ਇੱਕ ਦਿਨ ਉਹ ਆ ਜਾਏ ਜ਼ਿੰਦਗੀ ਵਿੱਚ ਜਦੋਂ ਅਸੀਂ ਜੋ ਵੀ ਕਰੀਏ ਉਹ ਗੁਰੂ ਦੇ ਆਖੇ ਲੱਗ ਕੇ ਕਰੀਏ। ਇਹ ਤਿਆਰੀ ਹੈ। ਗੁਰਬਾਣੀ ਪਾਠ, ਕੀਰਤਨ, ਵਿਚਾਰਾਂ, ਗੁਰੂ ਕੀ ਸੰਗਤ ਵਿੱਚ ਬੈਠਣਾ, ਧਰਮ ਦੀ ਕਿਰਤ ਕਰਨੀ, ਦਸਵੰਧ ਕੱਢਣਾ ਇਤਿਆਦਿ, ਇਹ ਸਾਰੇ ਆਰ ਪਾਰ, ਇਹ ਸਾਰੀ ਗਤੀਵਿਧੀਆਂ ਇਸ ਵਾਸਤੇ ਨੇ ਕਿ ਅਸੀਂ ਗੁਰਮੁਖ ਬਣ ਸਕੀਏ। ਤੋ ਇਹ ਪਦਾ ਗੁਰਮੁਖ ਸਮਝੈ ਰੋਗ ਨਾ ਹੋਈ, ਇਹ ਗੁਰ ਕੀ ਪੌੜੀ ਜਾਣੈ ਜਨ ਕੋਈ, ਜੁਗਾਂ ਜੁਗੰਤਰ ਮੁਕਤ ਪਰਾਇਨ ਸੋ ਮੁਕਤ ਭਇਆ ਪਤ ਪਾਇੰਦਾ। ਜੁਗਾਂ ਜੁਗਾਂਤਰਾਂ ਤੋਂ ਇਹੀ ਰੀਤ ਚਲੀ ਆਈ ਹੈ ਵੀ ਮੁਕਤੀ ਗੁਰੂ ਦੇ ਆਸਰੇ ਹੀ ਪ੍ਰਾਪਤ ਹੁੰਦੀ ਹੈ। ਪ੍ਰਾਇਨ ਮੈਨੇ ਆਸਰਾ। ਗੁਰੂ ਦੀ ਟੇਕ ਤੋਂ ਬਿਨਾ, ਗੁਰਮੁਖੋ ਗੁਰੂ ਦੇ ਆਸਰੇ ਤੋਂ ਬਿਨਾ, ਗੁਰੂ ਦੇ ਮਾਰਗ ਦਰਸ਼ਨ ਤੋਂ ਬਗੈਰ ਮਨੁੱਖ ਅਧਿਆਤਮਕ ਖੇਤਰ ਵਿੱਚ ਕਾਮਯਾਬ ਨਹੀਂ ਹੋ ਸਕਦਾ। ਲਿਹਾਜ਼ਾ ਸੋ ਮੁਕਤ ਭਇਆ ਪਤ ਪਾਇੰਦਾ, ਜਿਹੜਾ ਗੁਰੂ ਪ੍ਰਾਇਨ ਹੋ, ਨਿਰੰਕਾਰ ਨਾਲ ਜੁੜ ਗਿਆ, ਉਹ ਬੰਧਨਾਂ ਤੋਂ ਮੁਕਤ ਹੋ ਗਿਆ ਔਰ ਇੱਜ਼ਤ ਸਹਿਤ ਉਹ ਨਿਜ ਘਰ ਵਿੱਚ ਪਹੁੰਚ ਗਿਆ। ਇੱਥੋਂ ਤੱਕ ਕੱਲ ਵਿਚਾਰ ਕੀਤੀ ਸੀ। ਹੁਣ ਅਗਲੇ ਬੋਲ ਮੈਂ ਆਪ ਜੀ ਦੀ ਨਜ਼ਰ ਕਰਾਂ। ਪੰਚ ਤਤ ਸੁਨੋ ਪ੍ਰਗਾਸਾ। ਸਤ ਸੰਗਤ, ਇਹ ਜਿਹੜਾ ਸਾਡਾ ਤੁਹਾਡਾ ਤਨ ਹੈ, ਸਰੀਰ ਹੈ, ਇਹ ਪੰਜਾਂ ਤੱਤਾਂ ਦਾ ਬਣਿਆ ਹੈ। ਇਹਨੂੰ ਸਰੀਰ ਵੀ ਬਾਣੀਕਾਰ ਕਹਿੰਦੇ ਨੇ, ਪੰਜ ਤੱਤ ਵੀ ਕਹਿੰਦੇ ਨੇ। ਹਾਲਾਂਕਿ ਇਸਲਾਮ ਔਰ ਯਹੂਦੀ ਸੱਜਣ, ਕ੍ਰਿਸਚਨ ਸੱਜਣ, ਤੁਸੀਂ ਸੁਣ ਕੇ ਹੈਰਾਨ ਹੋਵੋਗੇ, ਉਹ ਚਾਰ ਹੀ ਤੱਤ ਮੰਨਦੇ ਨੇ। ਉਹ ਕਹਿੰਦੇ ਨੇ ਪੰਜਵਾਂ ਤੱਤ ਨਹੀਂ ਹੈ। ਸਿੱਖੀਜ਼ਮ ਨੇ ਗੁਰਬਾਣੀ ਵਿੱਚ ਪੰਜਾਂ ਤੱਤਾਂ ਦਾ ਜ਼ਿਕਰ ਕੀਤਾ ਹੈ। ਧਿਆਨ ਦੇਣਾ, ਗੱਲ ਪੂਰੀ ਸੁਣ ਲੈਣਾ, ਨਾਰਾਜ਼ ਨਾ ਹੋ ਜਾਣਾ। ਸ਼ਾਮੀ ਮਤ ਕਹਿੰਦੇ ਨੇ ਚਾਰ ਤੱਤ ਨੇ, ਔਰ ਯਕੀਨਨ ਸਰੀਰ ਵਿੱਚ ਚਾਰ ਹੀ ਤੱਤ ਨੇ, ਪੰਜ ਨਹੀਂ ਨੇ। ਕੀ ਫਿਰ ਮੈਂ ਗੁਰਬਾਣੀ ਨੂੰ ਕੰਡੈਮ ਕਰ ਰਿਹਾ? ਨਹੀਂ, ਗੱਲ ਥੋੜੀ ਜਿਹੀ ਸਮਝਣ ਵਾਲੀ ਹੈ। ਡੈੱਡ ਬੋਡੀ ਨੂੰ ਲੈਬੋਰਟਰੀ 'ਚ ਲੈ ਜਾਓ ਤੇ ਚਾਰ ਹੀ ਤੱਤ ਸਿੱਧ ਹੋਣਗੇ, ਪੰਜਵਾਂ ਨਹੀਂ ਹੋਵੇਗਾ। ਸਿੱਖੀਜ਼ਮ ਨੇ ਪੰਜਵਾਂ ਨਾਲ ਜੋੜ ਦਿੱਤਾ, ਹਿੰਦੂਇਜ਼ਮ ਵੀ ਪੰਜ ਹੀ ਮੰਨਦਾ ਹੈ। ਵਜ੍ਹਾ ਕੀ ਸੀ ਵੀ ਚਾਰ ਤੱਤਾਂ ਦਾ ਪੁਤਲਾ ਜੇ ਪੰਜਵਾਂ ਤੱਤ ਨਾ ਹੋਵੇ, ਸਪੇਸ ਨਾ ਹੋਵੇ, ਤੇ ਵਿਚਰੇਗਾ ਕਿੱਥੇ? ਇਸ ਲਈ ਪੰਜਵੇਂ ਤੱਤ ਨੂੰ ਐਡ ਕਰੋ ਨਾਲ। ਪੰਜ ਹੀ ਤੱਤ ਨੇ। ਜਿਸ ਗੁਰਦੁਆਰਾ ਸਾਹਿਬ ਦੇ ਹਾਲ ਵਿੱਚ ਅਸੀਂ ਬੈਠੇ ਹਾਂ, ਜੇ ਇਹਦਾ ਛੱਤ 3 ਫੁੱਟ ਤੇ ਹੁੰਦਾ, ਫਾਰ ਐਗਜ਼ਾਮਪਲ, ਅਸੀਂ ਇਹਦੇ 'ਚ ਪ੍ਰਵੇਸ਼ ਕਰ ਸਕਦੇ ਸਾਂ?
ਇਹਦੇ ਵਿੱਚ ਵਿਚਰਨ ਵਾਸਤੇ ਸਾਨੂੰ ਸਪੇਸ ਚਾਹੀਦਾ ਹੈ, ਇਨਵਾਇਰਮੈਂਟ ਚਾਹੀਦੀ ਹੈ। ਗਰਮੀ ਹੈ ਤੇ ਏਸੀ ਲੱਗ ਜਾਂਦਾ ਹੈ, ਸਰਦੀ ਹੈ ਤੇ ਹੀਟਰ ਲੱਗ ਜਾਂਦਾ ਹੈ। ਇਹ ਜਿਹੜਾ ਪੰਜਾਂ ਤੱਤਾਂ ਦਾ ਸਰੀਰ ਹੈ, ਇਹ ਅਕਾਲ ਪੁਰਖ ਤੋਂ ਹੀ ਪੈਦਾ ਹੋਇਆ ਹੈ। ਇਹ ਸਾਰਾ ਦਿਸਦਾ ਜਗਤ ਆਪੀ ਨੇ ਆਪ ਸਾਜਿਓ। ਸਭ ਤੋਂ ਪਹਿਲਾਂ ਅਕਾਲ ਪੁਰਖ ਵਾਹਿਗੁਰੂ ਨੇ ਆਪਣੇ ਆਪ ਨੂੰ ਬਣਾਇਆ, ਆਪਣੇ ਆਪ ਨੂੰ ਸਾਜਿਆ। ਹੁਣ ਮਨੁੱਖ ਤੇ ਕਹੇਗਾ ਲੋ ਜੀ ਆਪਣੇ ਆਪ ਕਿਵੇਂ ਸਾਜ ਲਿਆ, ਇਹ ਤੇ ਗੱਲ ਸਮਝ ਹੀ ਨਹੀਂ ਆਉਂਦੀ। ਤੇ ਗੁਰਮੁਖਾ ਉਹ ਰੱਬ ਇਸੇ ਵਾਸਤੇ ਹੈ ਨਾ ਬਈ ਮੁਕੰਮਲ ਤੌਰ ਤੇ ਤੇਰੀ ਸਮਝ ਚ ਨਾ। ਜੇ ਤੇਰੀ ਸਮਝ ਚ ਆ ਗਿਆ ਫਿਰ ਉਹ ਰੱਬ ਹੀ ਕਾਹਦਾ ਹੈ। ਸਮਝ ਨਾ ਗੱਲ ਨੂੰ, ਹੈ ਕੀ ਤੂੰ। ਸੁਕਰਾਤ ਜਦੋਂ ਨਵਾਂ ਤੁਰਿਆ ਨਾ, ਪਾਇਥਾਗੋਰਸ ਇਹਦਾ ਉਸਤਾਦ ਸੀ। ਸੁਕਰਾਤ ਨੂੰ ਤੇ ਸਭ ਜਾਣਦੇ ਨੇ, ਪਾਇਥਾਗੋਰਸ ਨੂੰ ਕੋਈ ਵਿਰਲਾ ਹੀ ਜਾਣਦਾ। ਇਹਦੀ ਵਿਚਾਰੇ ਦੀ ਕਹਾਣੀ ਬੜੀ ਅਜੀਬ ਹੈ। ਇਹਨੂੰ ਜਿੰਦਾ ਜਲਾ ਦਿੱਤਾ ਗਿਆ ਸੀ ਯੂਰਪ ਵਿੱਚ। ਗਲਤੀ ਸਿਰਫ ਇਤਨੀ ਸੀ ਵੀ ਬੜਾ ਤਗੜਾ ਸਪੋਕਸਮੈਨ ਸੀ, ਬੁਲਾਰਾ ਬੜਾ ਤਗੜਾ ਸੀ, ਔਰ ਉਹਦੇ ਫਾਲੋਅਰਸ ਨੇ ਜਿਹੜੇ ਉਹਨਾਂ ਨੇ ਇੱਕ ਹਾਲ ਬੁੱਕ ਕੀਤਾ ਸੀ। ਲੋਕ ਟਿਕਟ ਲੈ ਕੇ ਪਹੁੰਚੇ ਸਨ। ਇੱਕ ਅਮੀਰ ਵਿਅਕਤੀ ਜਦੋਂ ਆਇਆ ਤੇ ਉਹਦੇ ਨਾਲ ਤਾਮ-ਝਾਮ ਨਹੀਂ ਸੀ। ਕਈ ਵਾਰ ਅਸੀਂ ਦੇਖਦੇ ਹਾਂ ਵੀ ਗੁਰੂ ਕੀ ਹਜ਼ੂਰੀ ਚ ਆ ਕੇ ਵੀ ਸਾਡੀ ਕੋਸ਼ਿਸ਼ ਹੁੰਦੀ ਵੀ ਲੋਕੀ ਮੇਰੇ ਵੱਲ ਵੇਖਣ। ਇੱਕ ਜਣੇ ਨੇ ਤੌਲੀਆ ਮੋਢੇ ਤੇ ਰੱਖਿਆ, ਇੱਕ ਨੇ ਡੋਲੂ ਫੜਿਆ, ਇੱਕ ਹੋਰ ਤਾਮ-ਝਾਮ, ਨਾਲ 5-7 ਬੰਦੇ ਲਾਲਾ। ਹੁਣ ਤੇ ਬੰਦੂਕਾਂ ਦਾ ਵੀ ਰਿਵਾਜ ਪੈ ਗਿਆ। ਸਮਾਣੇ ਦੇ ਕੋਲ ਇੱਕ ਪਿੰਡ ਹੈ ਰਤਾ ਖੇੜਾ, ਲੁਕਮਾਨ ਦਾਸ ਦੀ ਸਿਸਟਰ ਉੱਥੇ ਵਿਆਹੀ ਹੈ ਤੇ ਉਹ ਭਾਣਜੇ ਗੁਰਦੁਆਰੇ ਵਿੱਚ ਬਹੁਤ ਪ੍ਰਵਿਰਤ ਨੇ। ਇੱਕ ਤੇ ਇਸ ਤਰ੍ਹਾਂ ਦਾ ਵੀ ਖੇਤੀ ਵਾਹੀ ਡੰਗਰ ਵੱਛਾ ਸਾਂਭ ਕੇ 2 ਵਜੇ ਉੱਠ ਕੇ ਗੁਰਦੁਆਰੇ ਚਲਾ ਜਾਂਦਾ ਹੈ। ਕੋਈ ਪਿਛਲੇ ਸੰਸਕਾਰ ਹੁੰਦੇ ਨੇ, ਪਰ ਪੜ੍ਹਿਆ ਕੋ ਨਹੀਂ ਗਾ। ਹਾਲਾਤ ਇਸ ਤਰ੍ਹਾਂ ਦੇ ਸਨ, 5ਵੀਂ 7ਵੀਂ ਤੱਕ ਗਿਆ, ਪੜ੍ਹ ਨਹੀਂ ਸਕਦਾ। ਉਹਦਾ ਮੈਨੂੰ ਫੋਨ ਆਇਆ, ਮਾਮਾ ਜੀ ਸਾਡੇ ਕੋਲ ਇੱਕ ਕਥਾਵਾਚਕ ਆਇਆ, ਕਥਾ ਤੂੰ ਵੀ ਕਰਨਾ ਹੈ, ਪਰ ਕਿਆ ਬਾਤ ਸੀ ਉਹਦੀ। ਮੈਂ ਕਿਹਾ ਵੀ ਕੀ ਬਾਤ ਸੀ ਬੇਟਾ। ਕਹਿਣ ਲੱਗੇ 1 ਘੰਟਾ ਉਹਨੇ ਕਥਾ ਕਰਨੀ ਸੀ, 61,000 ਰੁਪਇਆ ਲਿਆ ਉਹਨੇ ਸਾਡੇ ਤੋਂ। 61,000। ਤੂੰ ਤੇ ਕਹਿਣਾ ਜਿਤਨੇ ਮਰਜ਼ੀ ਦੇ ਦਿਆ ਜੇ। ਔਰ ਸੁਣ, 15 ਕਾਰਾਂ ਸਨ ਉਹਦੇ ਨਾਲ, 20 ਤੇ ਬੰਦੂਕਾਂ ਹੀ ਸਨ। ਮੈਂ ਕਿਹਾ ਲੜਨ ਆਇਆ ਸੀ ਕਿ ਕਥਾ ਕਰਨ ਆਇਆ ਸੀ। ਪਰ ਕਿਉਂਕਿ ਅਸੀਂ ਅੰਦਰੋਂ ਹਿੰਸਕ ਹਾਂ, ਸਾਡੀ ਬਿਰਤੀ ਅੰਦਰੋਂ ਖੂਨ ਖਰਾਬੇ ਵਾਲੀ ਹੈ, ਇਸ ਲਈ ਸਾਨੂੰ ਵਿਚਾਰਾਂ ਨਹੀਂ ਚੰਗੀਆਂ ਲੱਗਦੀਆਂ, ਬੰਦੂਕਾਂ ਚੰਗੀਆਂ ਲੱਗਦੀਆਂ ਨੇ। ਅਸੀਂ ਤਮੋਗੁਣੀ ਹਾਂ, ਇਸ ਲਈ ਸਾਨੂੰ ਭੀੜ ਚੰਗੀ ਲੱਗਦੀ ਹੈ। ਲਾ ਕਰਦੇ ਬੰਦੇ ਅੰਦਰ ਆ ਜਾਣ। ਵਿਚਾਰ ਕਿਤਨੀ ਗਹਿਣ ਹੈ, ਉਹਦੇ ਕੋਲ ਫਲਸਫੇ ਦਾ ਕਿਤਨਾ ਕੁ ਪਕੜ ਹੈ ਉਹਦੀ। ਸਾਡੀ ਕੌਮ ਵਿੱਚ ਇਸ ਤਰ੍ਹਾਂ ਦੀ ਆਡੀਅנס ਬਹੁਤ ਘੱਟ ਨੇ ਜਿਹੜੇ ਨਿਰਣਾ ਲੈ ਸਕਣ ਵੀ ਮਨੁੱਖ ਦਾ ਮਿਆਰ ਕੀ ਹੈ। ਖੈਰ ਗੁਰੂ ਕਿਰਪਾ ਕਰੇ। ਪਾਇਥਾਗੋਰਸ ਨੇ ਬੋਲਣਾ ਸੀ ਤੇ ਸ਼ਹਿਰ ਦਾ ਅਮੀਰ ਵਿਅਕਤੀ ਆ ਗਿਆ, ਨਾਲ ਤਾਮ-ਝਾਮ ਸੀ, ਡਿਸਟਰਬ ਹੋ ਗਿਆ। ਕਹਿਣ ਲੱਗਾ ਜਿੱਥੇ ਜਗ੍ਹਾ ਮਿਲਦੀ ਹੈ ਬੈਠ ਜਾਓ, ਬੜਾ ਸੋਹਣਾ ਮਾਹੌਲ ਬਣਿਆ ਹੈ, ਡਿਸਟਰਬ ਨਾ ਕਰੋ। ਉਹ ਇੰਨੇ 'ਚ ਹੀ ਨਾਰਾਜ਼ ਹੋ ਗਿਆ, ਮੇਰੀ ਇਨਸਲਟ ਹੋ ਗਈ ਹੈ। ਉਹ ਦੁਸ਼ਮਣ ਬਣ ਗਿਆ, ਹੱਲੇ ਕਰਾਉਣ ਲੱਗ ਪਿਆ। ਉੜਕ ਇੱਕ ਦਿਨ ਪਾਇਥਾਗੋਰਸ ਆਪਣੇ 40 ਫਾਲੋਅਰਸ ਨਾਲ ਜਾ ਰਿਹਾ ਸੀ, ਉਹਨੂੰ ਪਤਾ ਲੱਗ ਗਿਆ ਜਾ ਰਿਹਾ, ਉਹਨਾਂ ਘੇਰਾ ਪਾ ਲਿਆ। ਪਾਇਥਾਗੋਰਸ ਦੇ ਦਿਮਾਗ ਨੇ ਕੰਮ ਕੀਤਾ ਵੀ ਜਿਹੜੇ ਧਰਮ ਨੂੰ ਇਹ ਫੋਲੋ ਕਰਦਾ ਹੈ, ਮੈਂ ਉਸੇ ਧਰਮ ਸਥਾਨ ਤੇ ਲੁਕ ਜਾਣਾ, ਥੋੜਾ ਬਹੁਤਾ ਲਿਹਾਜ਼ ਕਰੇਗਾ। ਉਹ ਉਹਦੇ ਵਿੱਚ ਲੁਕ ਗਿਆ, ਉਹਨਾਂ ਬਾਹਰੋਂ ਘੇਰਾ ਪਾ ਲਿਆ, ਦਰਵਾਜ਼ੇ ਖਿੜਕੀਆਂ ਬੰਦ ਕਰ ਲਏ। ਕਮਾਲ ਤੇ ਉਦੋਂ ਹੋ ਗਈ ਜਦੋਂ ਉਹਨਾਂ ਨੇ ਪਾਇਥਾਗੋਰਸ ਨੂੰ ਮਾਰਨ ਲਈ ਆਪਣੇ ਹੀ ਧਰਮ ਸਥਾਨ ਨੂੰ ਅੱਗ ਲਾ ਦਿੱਤੀ ਔਰ 40 ਫਾਲੋਅਰ ਸਮੇਤ ਪਾਇਥਾਗੋਰਸ ਮਾਰਿਆ ਗਿਆ। ਇਹ ਉਸ ਦੀ ਕਹਾਣੀ ਹੈ। ਸਾਧ ਸੰਗਤ, ਇੱਕ ਸੱਚਖੰਡ ਵਾਸੀ ਪ੍ਰਿੰਸੀਪਲ ਗੰਗਾ ਸਿੰਘ ਨੇ ਕਿਤਾਬ ਲਿਖੀ ਹੈ ਜੀਵਨ ਕਿਰਨਾ। ਮੇਰਾ ਖਿਆਲ ਹੈ ਤੁਸੀਂ ਉਹਨੂੰ ਗੂਗਲ ਤੇ ਵੀ ਡਾਊਨਲੋਡ ਕਰ ਸਕਦੇ ਹੋ। ਮੈਂ ਸਿਫਾਰਿਸ਼ ਕਰਾਂਗਾ ਵੀ ਜੇ ਹੋ ਸਕੇ ਤੇ ਉਹ ਸਾਰੇ ਇੱਕ ਵਾਰ ਜ਼ਰੂਰ ਪੜ੍ਹੋ, ਤੰਗ ਦਿਲੀ ਚੋਂ ਬਾਹਰ ਨਿਕਲ ਜਾਵਾਂਗੇ। ਹਰ ਪੈਗੰਬਰ ਦੀ ਉਹਨੇ ਇਤਿਹਾਸ ਲਿਖਿਆ ਹੈ, ਹਰ ਕੌਮ ਨੂੰ ਸੰਖੇਪ ਐਕਸਪਲੇਨ ਕੀਤਾ ਹੈ,
ਔਰ ਮਨੁੱਖ ਥੋੜ੍ਹਾ ਜਿਹਾ ਤੰਗ ਦੀਵਾਰਾਂ ਵਿੱਚੋਂ ਬਾਹਰ ਨਿਕਲਦਾ ਹੈ। ਹਾਲਾਂਕਿ ਉਹ ਸ਼ਹੀਦ ਸਿੱਖ ਮਿਸ਼ਨਰੀ ਕਾਲਜ ਅੰਮ੍ਰਿਤਸਰ ਦੇ ਪ੍ਰਿੰਸੀਪਲ ਸਨ। ਖੈਰ, ਪਾਇਥਾਗੋਰਸ ਦਾ ਸ਼ਾਗਿਰਦ ਸੀ ਸੁਕਰਾਤ। ਜਦੋਂ ਤੁਰਿਆ ਨਾ ਇਸ ਪਾਸੇ, ਸ਼ੁਰੂ 'ਚ ਤਾਂ ਬੰਦਾ ਤੁਰ ਪੈਂਦਾ, ਉਹਨੂੰ ਕੁਛ ਵੀ ਪਤਾ ਨਹੀਂ ਹੁੰਦਾ। ਧਰਮਖੰਡ ਕੀ ਹੈ, ਪਹਿਲੀ ਸਟੇਜ ਕੀ ਹੈ? ਧਰਮਖੰਡ, ਗਿਆਨਖੰਡ, ਸ਼ਰਮਖੰਡ, ਕਰਮਖੰਡ, ਸੱਚਖੰਡ। ਧਰਮਖੰਡ ਕੀ ਹੈ? ਪਤਾ ਕੁਛ ਵੀ ਨਹੀਂ, ਬੰਦਾ ਟੁਰ ਪਿਆ। ਫਿਰ ਸੋਚਦਾ ਵੀ ਮੈਂ ਤੁਰ ਤੇ ਪਿਆ, ਮੈਨੂੰ ਪਤਾ ਤੇ ਕੋਈ ਹੈ ਹੀ ਨਹੀਂ, ਮੈਂ ਗਿਆਨ ਹਾਸਲ ਕਰਾਂ, ਇਨਫੋਰਮੇਸ਼ਨ ਹਾਸਲ ਕਰਾਂ, ਮੈਂ ਕੀ ਸਹੀ ਕਰ ਰਿਹਾ, ਕੀ ਗਲਤ ਕਰ ਰਿਹਾ। ਸਤਸੰਗ ਜਦੋਂ ਗਿਆਨਖੰਡ ਵਿੱਚ ਮਨੁੱਖ ਪ੍ਰਵੇਸ਼ ਹੁੰਦਾ ਹੈ ਨਾ, ਉਦੋਂ ਸ਼ਦਾਈ ਹੋ ਜਾਂਦਾ ਹੈ। ਦਿਨ ਰਾਤ ਪੜ੍ਹੀ ਤੁਰੇ ਜਾਣਾ, ਇਨਫੋਰਮੇਸ਼ਨ ਹਾਸਲ ਕਰੀ ਜਾਣਾ। ਭਾਈ ਵੀਰ ਸਿੰਘ ਕਹਿੰਦੇ ਨਾ ਵੀ ਸਿਰ ਕਚਕੌਲ ਬਣਾ ਹੱਥ ਲੀਤਾ, ਪੜ੍ਹਿਆ ਦੁਆਰੇ ਫਿਰਿਆ, ਦਰ ਦਰ ਤੋਂ ਟੁੱਕ ਮੰਗ ਮੰਗ ਖਾਦੇ, ਤੁੰਨ ਤੁੰਨ ਕੇ ਇਹ ਭਰਿਆ, ਫਿਰ ਭਰਿਆ ਵੇਖ ਅਫਰਿਆ ਮੈਂ ਸਾਂ, ਜਾਣਾ ਪੰਡਿਤ ਹੋਇਆ, ਟਿਕੇ ਨਾ ਪੈਰ ਜਮੀਂ ਤੇ ਮੇਰਾ, ਉੱਚਾ ਹੋ ਤੁਰਿਆ। ਇੱਕ ਦਿਨ ਇਹ ਕਚਕੌਲ, ਖੋਪੜੀ ਰੂਪੀ ਉਹ ਬਰਤਨ ਜਿਹਦੇ 'ਚ ਮੈਂ ਗੰਦ ਪਿੱਲ ਭਰਿਆ ਸੀ, ਔਰ ਸਮਝਦਾ ਹਾਂ ਵੀ ਬੜਾ ਫਿਲਾਸਫਰ ਬਣ ਗਿਆ ਵਾ। ਇੱਕ ਦਿਨ ਇਹ ਕਚਕੌਲ ਲੈ ਗਿਆ, ਮੂਰਸ਼ਦ ਮੂਹਰੇ ਤਰਿਆ, ਉਹ ਸੁੰਘ ਕੇ ਕਹਿਣ ਲੱਗਾ ਝੂਠ ਝੂਠ ਕਰ ਉਸ ਉਲਟਾਇਆ, ਪੁੱਠਾ ਸਾਰਾ ਕਰਿਆ, ਮਲ ਮਲ ਕੇ ਫਿਰ ਧੋਤਾ ਇਸ ਨੂੰ ਮੈਲ ਇਲਮ ਦੀ ਲਾਈ, ਵੇਖੋ ਇਹ ਕਚਕੌਲ ਲਿਸ਼ਕਿਆ, ਕਮਲ ਵਾਂਗ ਫਿਰ ਖਿੜਿਆ। ਉਹ ਕਹਿਣ ਲੱਗਾ ਤੂੰ ਤੇ ਸਾਰਾ ਗੰਦ ਇਕੱਠਾ ਕਰੀ ਫਿਰਨਾ, ਈਗੋ ਇਕੱਠੀ ਕਰੀ ਫਿਰਨਾ, ਮੈਨੂੰ ਬਹੁਤ ਕੁਝ ਪਤਾ ਤੈਨੂੰ ਖਾਕ ਵੀ ਨਹੀਂ। ਸੁਕਰਾਤ ਨੂੰ ਜਦੋਂ ਇਹ ਚੇਟਕ ਲੱਗਾ ਤੇ ਸ਼ਦਾਈ ਹੋ ਗਿਆ, ਉੱਥੋਂ ਗਿਆਨ ਹਾਸਲ ਕਰ, ਉੱਥੋਂ ਗਿਆਨ ਹਾਸਲ ਕਰ, ਉੱਥੋਂ ਗਿਆਨ ਹਾਸਲ ਕਰ। ਬੇਚੈਨੀ ਦੇ ਆਲਮ ਵਿੱਚ ਸਾਗਰ ਦੇ ਕਿਨਾਰੇ ਕਿਨਾਰੇ ਟਹਿਲ ਰਿਹਾ ਸੀ। ਇੱਕ ਛੋਟਾ ਬੱਚਾ ਸਾਗਰ ਦੇ ਕਿਨਾਰੇ ਬੈਠਾ, ਖੱਬੇ ਹੱਥ ਵਿੱਚ ਲੋਟਾ, ਸੱਜੇ ਹੱਥ ਵਿੱਚ ਚਮਚ, ਸਮੁੰਦਰ ਵਿੱਚੋਂ ਚਮਚ ਭਰਦਾ ਹੈ ਤੇ ਲੋਟੇ ਵਿੱਚ ਪਾਉਂਦਾ ਹੈ। ਹੁਣ ਚਮਚ 'ਚ ਪਾਣੀ ਕਿਤਨਾ ਕੁ ਆਉਂਦਾ, ਫਿਰ ਭਰਦਾ, ਫਿਰ ਪਾਉਂਦਾ, ਫਿਰ ਭਰਦਾ, ਔਰ ਘੰਟਾ ਲੱਗ ਜਾਂਦਾ ਲੋਟਾ ਭਰਨ ਵਿੱਚ। ਔਰ ਜਦੋਂ ਭਰ ਜਾਂਦਾ ਨਾ, ਉਹਦੇ ਵੱਲ ਬੜੀ ਹਸਰਤ ਭਰੀ ਨਿਗਾਹ ਨਾਲ ਤੱਕਦਾ ਤੇ ਫਿਰ ਡੋਲ ਦਿੰਦਾ ਤੇ ਫਿਰ ਭਰਦਾ। ਵਾਹਿਗੁਰੂ। ਫਿਰ ਭਰ ਕੇ ਫਿਰ ਡੋਲਦਾ। ਐਸਾ ਕਈ ਵਾਰ ਹੋਇਆ। ਸੁਕਰਾਤ ਪਿੱਛੇ ਖੜਾ ਦੇਖ ਰਿਹਾ ਸੀ, ਬੱਚੇ ਦੇ ਸਿਰ ਤੇ ਹੱਥ ਰੱਖ ਕੇ ਕਹਿਣ ਲੱਗਾ ਪੁੱਤਰੇ ਕੀ ਕਰ ਰਿਹਾ? ਉਦੋਂ ਸੁਕਰਾਤ ਬਜ਼ੁਰਗ ਹੋ ਚੁੱਕਾ ਸੀ, ਦਾੜੀ ਚਿੱਟੀ ਹੋ ਗਈ ਸੀ। ਉਹ ਪਿੱਛੇ ਦੇਖ ਕੇ ਕਹਿਣ ਲੱਗਾ ਬਾਬਾ ਇਹ ਜਿਹੜਾ ਸਾਗਰ ਹੈ ਨਾ, ਇਹਨੂੰ ਮੈਂ ਲੋਟੇ ਵਿੱਚ ਭਰਨਾ ਚਾਹੁੰਦਾ, ਪਰ ਇਹ ਕੰਬਖਤ ਮੇਰੇ ਬਰਤਨ 'ਚ ਆਉਂਦਾ ਹੀ ਨਹੀਂ। ਤਾਂ ਸੁਕਰਾਤ ਹੱਸ ਕੇ ਕਹਿਣ ਲੱਗਾ ਵੀ ਇਹ ਤੇਰੇ ਬਰਤਨ 'ਚ ਕਿਵੇਂ ਆਵੇਗਾ, ਸਾਗਰ ਤੇ ਬਹੁਤ ਵੱਡਾ ਹੈ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਅਨੁਮਾਨ ਲਗਾ ਵੀ ਤੇਰਾ ਬਰਤਨ ਕਿੱਡਾ ਹੈ ਤੇ ਸਾਗਰ ਕਿੱਡਾ ਹੈ, ਔਰ ਇਹ ਤੂੰ ਗੁਸਤਾਖੀ ਕਰ ਰਿਹਾ ਤੇ ਪੋਸੀਬਲ ਹੀ ਨਹੀਂ, ਸੰਭਵ ਹੀ ਨਹੀਂ। ਉਸ ਛੋਟੇ ਜਿਹੇ ਬੱਚੇ ਨੇ ਬੜੀ ਪਾਏਦਾਰ ਗੱਲ ਕਹੀ ਸੀ। ਕਹਿਣ ਲੱਗਾ ਸੁਕਰਾਤ ਮੇਰੇ ਬਰਤਨ ਨਾਲੋਂ ਤੇਰੀ ਖੋਪੜੀ ਬਹੁਤੀ ਵੱਡੀ ਨਹੀਂ, ਤੂੰ ਤੇ ਕਈ ਸਮੁੰਦਰਾਂ ਦਾ ਮਹਾਨ ਸਮੁੰਦਰ ਪਰਮਾਤਮਾ ਨੂੰ ਖੋਪੜੀ 'ਚ ਕੈਦ ਕਰਨਾ ਚਾਹੁੰਦਾ ਹੈ। ਜੇ ਇੱਕ ਸਮੁੰਦਰ ਨਹੀਂ ਹੋ ਸਕਦਾ ਤੇ ਉਹ ਪਰਮਾਤਮਾ ਮੁਕੰਮਲ ਤੇਰੀ ਖੋਪੜੀ 'ਚ ਕਿਵੇਂ ਆ ਸਕਦਾ? ਉਹ ਪਰਮਾਤਮਾ ਕਾਹਦਾ ਜਿਹਨੂੰ ਅਸੀਂ ਮੁਕੰਮਲ ਸਮਝ ਲਈਏ? ਨਹੀਂ ਸਮਝ ਸਕਦੇ, ਪਰ ਫਿਰ ਵੀ ਸਮਝਣਾ ਹੈ। ਸਾਲਾਹੀ ਸਾਲਾਹ ਏਤੀ ਸੁਰਤ ਨਾ ਪਾਈਆ, ਨਦੀਆਂ ਅਤੈ ਵਾਹ ਪਵੈ ਸਮੁੰਦ ਨਾ ਜਾਣੀਐ। ਜਪਜੀ ਸਾਹਿਬ। ਨਦੀਆਂ ਦੇ ਵਹਿਣ ਤੁਰਦੇ ਤੁਰਦੇ ਸਾਗਰ ਵਿੱਚ ਜਾ ਕੇ ਅਭੇਦ ਹੋ ਜਾਂਦੇ ਨੇ, ਪਰ ਕਦੀ ਬਾਹਰ ਨਿਕਲ ਕੇ ਨਹੀਂ ਦੱਸਦੇ ਖਾਰਾ ਹੈ ਕਿ ਮਿੱਠਾ ਹੈ, ਕਿੰਨਾ ਚੌੜਾ ਹੈ, ਕਿੰਨਾ ਲੰਬਾ ਹੈ, ਕਿੰਨਾ ਡੂੰਘਾ ਹੈ। ਹਾਂ, ਸਾਗਰ ਦਾ ਰੂਪ ਹੋ ਜਾਂਦੇ ਨੇ। ਜਪਣ ਵਾਲੇ ਜਪਦੇ ਜਪਦੇ ਉਸ ਦਾ ਰੂਪ ਹੋ ਜਾਂਦੇ ਨੇ, ਪਰ ਉਹ ਉਸ ਦੀ ਵਿਆਖਿਆ ਨਹੀਂ ਮੁਕੰਮਲ ਕਰ ਸਕਦੇ। ਇਹਨੂੰ ਗੁਰੂ ਨਾਨਕ ਸਾਹਿਬ ਜਪਜੀ 'ਚ ਕਹਿੰਦੇ ਨੇ ਸਾਲਾਹੀ ਸਾਲਾਹ ਏਤੀ ਸੁਰਤ ਨਾ ਪਾਈਆ, ਨਦੀਆਂ ਅਤੈ ਵਾਹ ਪਵੈ ਸਮੁੰਦ ਨਾ ਜਾਣੀਐ। ਫਿਰ ਅੱਗੇ ਨਾ ਜਪਣ ਵਾਲੇ ਨੂੰ ਨਾ ਜਪਣ ਵਾਲੇ ਨਾਲ ਕੰਪੇਅਰ ਕਰਦੇ ਨੇ।
कई बार काली विच असीं पढ़ के लंघ जाने हैं ना अगे हजूर की फरमान करते हैं। समुंद शाह सुल्तान गिरहा सेती माल धन, कीड़ी तोल ना होवनी जे तिस मनो ना। एक बंदा इस तरह का है, उहदे कोल समुद्रां जिड्डियां डूंघियां खाइयां और पहाड़ां जिड्डे उच्चे उच्चे ढेर माया दे पदार्थ दे। हुण तुसीं वेखो सागर ऐसे ऐसे ने जिहड़े 5-5 मील डूंघे ने, और माउंट एवरेस्ट बारे तुहाडे चों कौन नहीं जानदा। परबतां जिड्डे ढेर और समुद्रां वर्गियां खाइयां दौलत दीयां भरीआं होण, पर नाम ना जपदा होवे। दूजे पासे एक सधारण कीड़े मकौड़े वर्गा बंदा जपदा होवे ते वो अमीर उस सधारण व्यक्ति का मुकाबला नहीं कर सकता। कीड़ी तुल ना होवनी जे तिस मनों ना विसरै, पर शर्त यह है भी उहदे मन चों निरंकार विसरदा ना होवे। तो हजूर गुरु नानक साहब सच्चे पातशाह बख्शिश कर रहे ने, आपी ने आप साजिओ। सब तो पहला परमात्मा ने अपने आप नूं साजिया। बंदा कहंदा है गल समझ नहीं आउंदी, और हजूर कहंदे ने भी जे समझ विच आ जाए पूरी तौर ते फिर वो निरंकार ही काहदा है। वाहिगुरू वाहिगुरू वाहिगुरू। आपी ने रचिओ नाओ दोई कुदरत साजी है। पहला अपने आप नूं साजिया, नंबर 2 ते फिर कुदरत साजी। कर आसन डिठो चाओ, फिर उहदे विच चौंकड़ा मार के बैठ गया। सारी दिसदी कायनात वैगुरू दी रचना है, इसलिए पंच तत्त सुनो प्रगासा। देह संजोगी कर्म अभ्यासा। इस संजोग नाल जिहड़ी परमात्मा दे हुक्म विच देही प्राप्त हुंदी है, फिर मनुख कर्म दे अभ्यास विच लग जांदा है, क्योंकि शरीर दीयां कुछ जरूरतां ने। जदों मनुख कोल शरीर नहीं हुंदा ते इहदी कोई रिक्वायरमेंट नहीं हुंदी, कोई जरूरत नहीं है। जदों शरीर मिल गया फिर उहदे नाल इहदियां जरूरतां भी आ जांदियां ने। इहनूं भुख भी लगदी है, इहनूं प्यास भी लगदी है। बड़ा सोहना बचन है भी जदों निरंकार आत्मा नूं पृथ्वी ते भेजन लगा ना ग्लोबल ते उहनूं कोल बिठाया ते कहण लगे तैनूं पृथ्वी ते भेजना है, पर उत्थे तेरा वकारां नाल मुकाबला होना है। जे तू जित के आवेगा तो मरातबा पावेगा। आखन लगा जी ठीक है। निरंकार कहन लगा सुन, उत्थे भुख भी लगदी आ। कहन लगा जी भुख की हुंदी है? वो कहन लगा जदों जाएगा पता लग जाएगा। प्यास भी लगदी है, नींद भी आउंदी है। आखन लगा जी फिर उहदा की प्रबंध होवेगा? कहन लगे वो मेरी जिम्मेवारी है। असन बसन संग लीने ओ बचन दीने। रोटी कपड़ा मंग के लिया, रिक्वायरमेंट पूरी की और एग्रीमेंट किया, कमिटमेंट की अकाल पुरख वैगुरू नाल आत्मा ने। जन्म लै साध संग श्री प्रभ ते आए हैं। मैं जन्म लैण तो बाद रोज संगत विच जुड़ा करांगा और गुरु गुरु जपां करांगा। पर टावियां नूं छड्ड के बहुतियां दा पाजे आ जी, सिर खुरकण दा भी टाइम नहींगा। संगत विच कित्थों जुड़ जाइए? पर ये आपां सारे बचन करके आए हैं, कमिटमेंट करके आए हैं। सो जदों फिर शरीर मनुख नूं प्राप्त हुंदा है गुरमुखो, फिर कर्म अभ्यास विच पै जांदा है। बुरा भला दोए मस्तक लीखे, पाप पुन भी जाएंदा। बुरा ते भला दो ये साडे मत्थे दे उत्ते लेख लिखे हुए ने कर्मां अनुसार। उहदे करके फिर मनुख उन्हां दा प्रेरिया होया पाप पुन बीजदा है। असी किसी हद तक आज़ाद हाँ कर्म करन लई, पर जे तुसी कर्म फलसफे के संबंध में जाओ, एक सज्जन होए ने डॉक्टर मुखत्यार सिंह,
ਇਹ ਦਮਦਮੀ ਟਕਸਾਲ ਦੇ ਵਿਦਵਾਨ ਸਨ। ਬੜਾ ਲੰਬਾ ਸਮਾਂ ਇਹਨਾਂ ਨੇ ਗੁਰਦੁਆਰਾ ਸ੍ਰੀ ਭੱਠਾ ਸਾਹਿਬ ਰੋਪੜ ਕਥਾ ਦੀ ਸੇਵਾ ਕੀਤੀ। ਕਰਮ ਫਲਸਫੇ ਦੇ ਉੱਤੇ ਉਹਨਾਂ ਦੀ ਇੱਕ ਕਿਤਾਬ ਹੈ, ਉਹ ਹੁਣ ਦੁਬਾਰਾ ਅਗਲਾ ਐਡੀਸ਼ਨ ਪ੍ਰਿੰਟ ਨਹੀਂ ਹੋਇਆ, ਮੇਥੋਂ ਵੀ ਉਹ ਸਲਿੱਪ ਹੋ ਗਈ। ਬੜੇ ਕਮਾਲ ਦਾ ਉਹਦੇ 'ਚ ਉਹਨਾਂ ਨੇ ਐਕਸਪਲੇਨ ਕੀਤਾ। ਕਰਮ ਫਲਸਫਾ ਬਨਾਮ ਅਨਮਤਾਂ ਦੇ ਕਰਮ ਫਲਸਫਾ। ਹੁਣ ਇਹ ਕਈ ਪ੍ਰਕਾਰ ਦੇ ਕਰਮ ਨੇ। ਕਰਮ ਜਿਹੜੇ ਅਸੀਂ ਕਰਨੇ ਆ, ਉਹ ਪਿਛਲੇ ਕਰਮ ਸਾਨੂੰ ਇਸ ਜਨਮ ਵਿੱਚ ਵੀ ਚੰਗਾ ਮੰਦਾ ਕਰਨ ਲਈ ਪ੍ਰੇਰਦੇ ਨੇ। ਤੋ ਪਾਪ ਪੁੰਨ ਮਨੁੱਖ ਕੋਲੋਂ ਜਾਣੇ ਅਣਜਾਣੇ ਬੀਜੇ ਜਾਂਦੇ ਨੇ, ਫਿਰ ਵੱਢਣੇ ਵੀ ਪੈਂਦੇ ਨੇ। ਅਗਲੇ ਬੋਲ ਨੇ, ਊਤਮ ਸਤਿਗੁਰ ਪੁਰਖ ਨਿਰਾਲੇ। ਸਤਿਗੁਰੂ ਦੇ ਸੰਪਰਕ ਵਿੱਚ ਆਉਣ ਵਾਲੇ ਜਿਹੜੇ ਪੁਰਖ ਨੇ, ਅਕਾਲ ਪੁਰਖ ਵਾਹਿਗੁਰੂ ਵਿਆਪਕ ਦੇ ਸੰਪਰਕ 'ਚ ਆਉਣ ਵਾਲੇ, ਉਹ ਪ੍ਰੇਮੀਓ ਨਿਰਾਲੇ ਨੇ। ਉਹਨਾਂ ਦਾ ਜੀਵਨ ਵੱਖਰਾ ਕਿਸਮ ਦਾ ਹੋ ਜਾਂਦਾ ਹੈ। ਔਰ ਫਿਰ ਗੁਰੂ ਦੇ ਸ਼ਬਦ ਵਿੱਚ ਸ਼ਬਦ ਰਤੇ ਹਰ ਰਸ ਮਤ ਵਾਲੇ, ਗੁਰੂ ਸ਼ਬਦ ਦੇ ਮਾਧਿਅਮ ਨਾਲ ਉਹ ਹਰੀ ਰਸ ਨੂੰ ਚੱਖਦੇ ਨੇ ਤੇ ਮਤਵਾਲੇ ਹੋ ਜਾਂਦੇ ਨੇ, ਮਸਤ ਹੋ ਜਾਂਦੇ ਨੇ। ਰਿੱਧ ਬੁੱਧ ਸਿੱਧ ਗਿਆਨ ਗੁਰੂ ਤੇ ਪਾਈਐ। ਫਿਰ ਗੁਰੂ ਕੋਲੋਂ ਉਹਨਾਂ ਨੂੰ ਗਿਆਨ ਪ੍ਰਾਪਤ ਹੁੰਦਾ ਹੈ। ਰਿੱਧ ਸਿੱਧ ਤੇ ਬੁੱਧ, ਵਿਵੇਕ ਬੁੱਧ ਪ੍ਰਾਪਤ ਹੁੰਦੀ ਹੈ। ਰਿੱਧੀਆਂ ਪ੍ਰਾਪਤ ਹੁੰਦੀਆਂ ਨੇ, ਸਿੱਧੀਆਂ ਪ੍ਰਾਪਤ ਹੁੰਦੀਆਂ ਨੇ। ਇਹ ਗੁਰੂ ਦੀ ਬਖਸ਼ਿਸ਼ ਨਾਲ ਹੈ। ਔਰ ਅਸੀਂ ਇਹਨੂੰ ਥੋੜ੍ਹਾ ਜਿਹਾ ਹੋਰ ਤਰ੍ਹਾਂ ਲੈ ਲੈਂਦੇ ਹਾਂ ਵੀ ਸ਼ਾਇਦ ਇਹ ਬਹੁਤ ਕੋਈ ਜੰਤਰ ਮੰਤਰ ਤੰਤਰ ਕਰਨ ਤੋਂ ਬਾਅਦ ਪ੍ਰਾਪਤ ਹੁੰਦੀ ਹੈ। ਗੁਰਮੁਖੋ, ਇੱਕ ਵਿਅਕਤੀ ਸਾਰਾ ਦਿਨ ਮਸ਼ੱਕਤ ਕਰਕੇ 100, 150, 200 ਡਾਲਰ ਕਮਾਉਂਦਾ ਹੈ। ਇੱਕ ਵਿਅਕਤੀ ਲੈਪਟਾਪ ਤੇ ਬੈਠਾ ਹੋਇਆ 10,000 ਡਾਲਰ 20,000 ਡਾਲਰ ਸ਼ਾਮ, ਉਹ ਰਿੱਧੀ ਸਿੱਧੀ ਨਹੀਂ ਤੇ ਹੋਰ ਕੀ ਹੈ। ਤਾਂ ਉਹਨੂੰ ਥੋੜਾ ਸਮਝਣ ਦੀ ਜ਼ਰੂਰਤ ਹੈ। ਔਰ ਜਿੱਥੋਂ ਤੱਕ ਲੱਕ ਦੀ ਗੱਲ ਹੈ, ਜਦੋਂ ਮਹਾਰਾਜ ਕਹਿੰਦੇ ਦਾਨੰਗ ਪਰਾ ਪੂਰਬੇ ਭਜੰਤੇ ਮਹੀ ਪਤੇ, ਮਹਾਰਾਜ ਇਹ ਤੇ ਨਾ ਬਾਣੀ ਪੜ੍ਹਦਾ, ਨਾ ਨਾਮ ਜਪਦਾ, ਨਾ ਸੰਗਤ 'ਚ ਆਉਂਦਾ। ਬੜੀਆਂ ਮੌਜਾਂ ਨੇ, ਮੈਂ ਤੇ ਰੋਜ਼ ਸੰਗਤ 'ਚ ਆਉਣਾ, ਮੈਨੂੰ ਤਕਲੀਫਾਂ ਨੇ। ਹਜ਼ੂਰ ਕਹਿੰਦੇ ਨੇ ਭਾਈ ਇਹ ਪਿਛਲਾ ਇਹਦਾ ਬੀਜਿਆ ਹੋਇਆ ਵੱਢ ਰਿਹਾ, ਹੁਣ ਬੀਜੇਗਾ ਤੇ ਗਾਂ ਵੱਢ ਲੇਗਾ, ਨਾ ਬੀਜੇਗਾ ਤੇ ਇਹ ਵੀ ਤੇਰੇ ਵਰਗਾ ਹੋ ਜਾਏਗਾ। ਤੁਸੀਂ ਵੇਖਿਆ ਨਾ ਸਾਧ ਸੰਗਤ ਜੀ, ਬੰਦਾ ਇਨਵੈਸਟਮੈਂਟ ਕਰਦਾ ਹੈ ਵੀ ਪਲਾਟ ਲੈ ਲਿਆ ਮੈਂ ਫਲਾਣੇ ਸ਼ਹਿਰ, 2 ਸਾਲ ਬਾਅਦ ਜਾ ਕੇ ਪਤਾ ਕਰਦਾ ਰੇਟ ਵਧਿਆ। ਉਹ ਕਹਿੰਦੇ ਜੀ ਰੇਟ ਕਾਹਦਾ ਵਧਣਾ, ਤੇ ਪਲਾਟ ਹੀ ਤੁਹਾਡਾ ਕੋਈ ਨਹੀਂਗਾ। ਧੋਖਾ ਹੋ ਗਿਆ। ਇਹਨੂੰ ਕਹਿੰਦੇ ਨੇ ਜੇ ਸੋਨੇ ਨੂੰ ਉਹ ਹੱਥ ਪਾਵੇ ਤਾਂ ਖੇਊ ਛੇਤੀ ਰਲ ਗਿਆ। ਤੇ ਇੱਕ ਐਵੇਂ ਹੀ ਕਿਸੇ ਨੇ ਕਹਿ ਦਿੱਤਾ ਸੀ ਲੈ ਲਓ ਕਦੀ ਯਾਦ ਕਰੋਗੇ, ਤੇ ਉਹ ਮਲਟੀਪਲਾਈ ਗਰੋਥ ਕਰ ਗਿਆ। ਤਾਂ ਥੋੜਾ ਜਿਹਾ ਕਿਤੇ ਕਿਤੇ ਉਹ ਚੀਜ਼ ਵੀ ਕੰਮ ਕਰਦੀ ਹੈ। ਸਿੱਖੀਜ਼ਮ ਨੇ ਜ਼ਿਆਦਾ ਇਹਨੂੰ ਹਾਈਲਾਈਟ ਤਾਂ ਨਹੀਂ ਕੀਤਾ ਵੀ ਸਿੱਖ ਹੱਥਾਂ ਤੇ ਹੱਥ ਧਰ ਕੇ ਨਾ ਬਹਿ ਜਾਏ ਵੀ ਜੋ ਮੇਰੇ ਕਰਮਾਂ 'ਚ ਉਹ ਤੇ ਮੈਨੂੰ ਮਿਲਣਾ ਹੀ ਹੈ, ਫਿਰ ਮੈਂ ਕਰਨਾ ਕੀ ਹੈ। ਨਹੀਂ, ਮਸ਼ੱਕਤ ਕਰਨੀ ਹੈ, ਮਿਹਨਤ ਕਰਨੀ ਹੈ। ਇਸ ਲਈ ਐਸਟਰੋਲੋਜੀ ਨੂੰ ਬਹੁਤਾ ਹਾਈਲਾਈਟ ਬਹੁਤਾ ਕੀ ਕੀਤਾ ਹੀ ਨਹੀਂਗਾ। ਤਾਂ ਮੈਂ ਜਿਹੜੀ ਅਰਜ਼ ਕਰ ਰਿਹਾ ਸਾਂ, ਗੁਰੂ ਦੀ ਕਿਰਪਾ ਹੋਵੇ ਤੇ ਇਹ ਸਭ ਪ੍ਰਾਪਤ ਹੁੰਦਾ ਹੈ। ਪਰ ਗੁਰੂ ਦੀ ਪ੍ਰਾਪਤੀ ਵੀ ਅਕਾਲ ਪੁਰਖ ਦੀ ਰਹਿਮਤ ਨਾਲ ਪ੍ਰੇਮੀ ਹੁੰਦੀ ਹੈ। ਇਸ ਮਨ ਮਾਇਆ ਕੋ ਨੇਹ ਕਨੇਰਾ, ਇਹ ਜਿਹੜਾ ਸਾਡਾ ਮਨ ਹੈ ਇਹਦੇ ਵਿੱਚ ਮਾਇਆ ਦੀ ਪਕੜ, ਮਾਇਆ ਦਾ ਨੇਹ ਬਹੁਤ ਜ਼ਿਆਦਾ ਹੈ। ਸਾਧ ਸੰਗਤ, ਮਾਇਆ ਸ਼ਬਦ ਸਾਡੇ ਇੱਥੇ ਬਹੁਤ ਵਰਤਿਆ ਜਾਂਦਾ ਹੈ। ਜਿਸ ਤਰ੍ਹਾਂ ਮਾਇਆ ਗੋਲਕ ਵਿੱਚ ਪਾਓ ਜੀ, ਮਾਇਆ ਦੇ ਕੇ ਰਸੀਦ ਜ਼ਰੂਰ ਪ੍ਰਾਪਤ ਕਰੋ ਜੀ ਇਤਿਆਦ। ਖਾਸ ਕਰਕੇ ਧਰਮ ਸਥਾਨਾਂ ਦੇ ਉੱਤੇ ਇਹ ਕਰੰਸੀ ਵਾਸਤੇ ਵਰਤਿਆ ਜਾਣ ਵਾਲਾ ਸ਼ਬਦ ਹੈ ਔਰ ਬੜਾ ਢੁਕਵਾਂ ਸ਼ਬਦ ਹੈ। ਕਿਉਂਕਿ ਜਿਤਨਾ ਮਾਇਆ ਦਾ ਪਸਾਰਾ ਹੈ ਕਰੰਸੀ ਨਾਲ ਉਹਦਾ ਆਦਾਨ ਪ੍ਰਦਾਨ ਹੋ ਸਕਦਾ ਹੈ।
ਉਂਝ ਸਿਰਫ ਕਰੰਸੀ ਮਾਇਆ ਨਹੀਂ, ਫਿਰ ਹੋਰ ਮਾਇਆ ਕੀ ਹੈ? ਪਹਿਲੀ ਗੱਲ ਹੈ ਮਾਇਆ ਨਾਮ ਗਰਭ ਜੋਨ ਕਾ। ਜਿਹੜਾ ਬੰਦਾ ਮਾਂ ਦੇ ਗਰਭ ਰਾਹੀਂ ਜਨਮ ਲੈ ਕੇ ਪ੍ਰਿਥਵੀ ਤੇ ਆਇਆ, ਮਾਇਆ ਨਾਲ ਉਹਦਾ ਵਾਹ ਪਵੇਗਾ ਹੀ ਪਵੇਗਾ। ਦੂਜਾ ਬਿਲਕੁਲ ਸਧਾਰਨ ਜਿਹਾ ਮਹਾਰਾਜ ਨੇ ਬਚਨ ਕੀਤਾ ਹੈ ਵੀ ਇਹ ਮਾਇਆ ਜਿਤ ਹਰ ਵਿਸਰੈ, ਮੋਹ ਉਪਜੈ, ਭਾਉ ਦੂਜਾ ਲਾਇਆ। ਤਿੰਨ ਗੱਲਾਂ। ਹਰੇਕ ਉਹ ਚੀਜ਼ ਭਾਵੇਂ ਬੇਜਾਨ ਹੈ ਭਾਵੇਂ ਜਾਨਦਾਰ ਜੀਵ ਹੈ, ਜਿਹਦੇ ਮੋਹ ਵਿੱਚ ਪੈ ਕੇ ਸਾਨੂੰ ਜੀਵਨ ਦਾ ਪ੍ਰਯੋਜਨ ਭੁੱਲ ਜਾਏ। ਹਰ ਵਿਸਰੈ, ਔਰ ਫਿਰ ਇਹਦੇ ਪ੍ਰਤੀ ਮੋਹ ਹੋਰ ਪ੍ਰਚੰਡ ਹੋ ਜਾਏ। ਮੈਂ ਪ੍ਰਾਪਤ ਕਰਨਾ ਹੈ, ਹੋਰ ਪ੍ਰਾਪਤ ਕਰਨੀ ਹੈ, ਹੋਰ ਪ੍ਰਾਪਤ ਕਰਨੀ ਹੈ। ਇਹਨੂੰ ਕਬੀਰ ਸਾਹਿਬ ਕਹਿੰਦੇ ਨੇ ਲਿਉ ਲਿਉ ਕਰਤ ਫਿਰੈ ਸਭ ਲੋਕ। ਮੈਂ ਹੋਰ ਲੈ ਲਵਾਂ, ਮੈਂ ਹੋਰ ਲੈ ਲਵਾਂ। ਤਾਂ ਕਾਰਨ ਵਿਆਪੈ ਬਹੁ ਸ਼ੋਗ। ਜਿੱਤੇ ਪ੍ਰਾਪਤ ਹੋ ਜਾਏ ਤੇ ਕੋਈ ਖੁਸ਼ੀ ਨਹੀਂ। ਕਿਉਂ? ਕਿਉਂਕਿ ਪਹਿਲਾਂ ਹੀ ਪ੍ਰਪੇਅਰ ਕੀਤਾ ਵੀ ਮੈਨੂੰ ਇੰਨੀ ਪ੍ਰਾਪਤ ਹੋਵੇਗੀ, ਕੋਈ ਸਰਪ੍ਰਾਈਜ਼ ਥੋੜਾ। ਤੇ ਜੇ ਨਾ ਪ੍ਰਾਪਤ ਹੋਵੇ ਤੇ ਮਨੁੱਖ ਹਾਟ ਹੋ ਜਾਂਦਾ। ਲਖਮੀ ਬਰਸੋਂ ਜੋ ਲਿਓ ਲਾਵੇ, ਸ਼ੋਗ ਮਿਟੈ ਸਭ ਹੀ ਸੁਖ ਪਾਵੇ। ਜੇ ਮਾਇਆ ਦੇ ਪਤੀ ਅਕਾਲ ਪੁਰਖ ਨਾਲ ਕੋਈ ਸੁਰਤ ਜੋੜੇ ਤੇ ਮਾਇਆ ਆਪੇ ਪ੍ਰਾਪਤ ਹੋ ਜਾਂਦੀ ਹੈ, ਸ਼ੋਗ ਮਿਟ ਜਾਂਦਾ ਹੈ, ਸਾਰੇ ਸੁੱਖ ਪ੍ਰਾਪਤ ਹੋ ਜਾਂਦੇ ਨੇ। ਨਹੀਂ ਤੇ ਫਿਰ ਇਸ ਮਨ ਮਾਇਆ ਕੋ ਨੇਹੁ ਕਨੇਰਾ। ਇਹ ਮਾਇਆ ਜਿਤ ਹਰ ਵਿਸਰੈ, ਮੋਹ ਉਪਜੈ, ਭਾਉ ਦੂਜਾ ਲਾਇਆ। ਹਰੇਕ ਉਹ ਵਸਤੂ ਮਾਇਆ ਹੈ ਜੋ ਸਾਨੂੰ ਸਾਡੇ ਇਸ਼ਟ ਨਾਲੋਂ, ਸਾਧ ਸੰਗਤ ਜਟਕੀ ਬੋਲੀ 'ਚ ਮੈਂ ਗੱਲ ਕਰਾਂ, ਸੰਗਤ ਚਾਉਣਾ ਭੁਲਾ ਦੇ, ਨਾਮ ਬਾਣੀ ਦਾ ਅਭਿਆਸ ਭੁੱਲ ਜਾਏ, ਮਾਇਆ ਹੈ। ਕੋਈ ਬੁੱਝੋ ਗਿਆਨੀ ਕਰੋ ਨਬੇਰਾ। ਕੋਈ ਗਿਆਨਵਾਨ ਵਿਅਕਤੀ ਇਹਨੂੰ ਬੁੱਝੋ, ਇਹਨੂੰ ਸਮਝੋ, ਨਿਰਣਾ ਕਰੋ। ਅੱਛਾ, ਇੱਥੇ ਗਿਆਨੀ ਦੇ ਅਰਥ ਇਹ ਨਹੀਂ ਵੀ ਜਿਹੜਾ ਗੁਰਦੁਆਰੇ ਜੌਬ ਕਰਦਾ ਹੋਵੇ, ਕੱਪੜੇ ਖੁੱਲੇ ਜੇ ਸਵਾਲ ਹੋਵੇ ਕਿਸੇ ਦਰਜੀ ਕੋਲੋਂ, ਇਹ ਵੀ ਜ਼ਰੂਰੀ ਹੈ। ਇਹ ਜ਼ਰੂਰੀ ਕਿਉਂ ਹੈ? ਕੋਈ ਓਬੜ ਬੰਦਾ ਗੁਰਦੁਆਰੇ ਆਇਆ, ਉਹ ਕੱਪੜੇ ਵੇਖ ਕੇ ਅੰਦਾਜ਼ਾ ਲਗਾ ਲਏ ਸੇਵਾਦਾਰ ਹੈ, ਇਹਦੇ ਨਾਲ ਮੈਂ ਡਿਸਕਸ ਕਰ ਸਕਣਾ, ਮੈਂ ਸੁਖਮਨੀ ਸਾਹਿਬ ਕਰਾਉਣਾ ਹੈ, ਅਖੰਡ ਪਾਠ ਕਰਾਉਣਾ ਹੈ, ਐਦਾਂ ਕਰਨਾ ਹੈ, ਲੰਗਰ ਕਰਨਾ ਹੈ। ਨਹੀਂ ਤੇ ਉਹ ਪੁੱਛਦਾ ਫਿਰੇਗਾ ਵੀ ਕੌਣ ਹੈ। ਜੇ ਪੁਲਿਸ ਨੇ ਡਰੈਸ ਪਾਇਆ ਹੋਵੇ ਤੇ ਫਿਰ ਲੋਕ ਰੋਡ ਦੇ ਉੱਤੇ ਉਹਨਾਂ ਨੂੰ ਫੋਲੋ ਕਰਦੇ ਨੇ, ਆਖੇ ਲੱਗਦੇ ਨੇ, ਪਤਾ ਲੱਗ ਜਾਂਦਾ ਭਾਈ ਇਹ ਦੇਖ ਰਿਹਾ। ਇਸ ਲਈ ਡਰੈਸ ਜ਼ਰੂਰੀ ਹੈ। ਪਰ ਜਿਹੜੇ ਗਿਆਨ ਦੀ ਗੱਲ ਹਜ਼ੂਰ ਕਰ ਰਹੇ ਨੇ ਉਹ ਹੈ ਸਤਸੰਗ ਤਤ ਗਿਆਨ। ਹੁਣ ਸਮਾਂ ਸਮਾਪਤੀ ਦੇ ਨੇੜੇ ਹੈ, ਮੈਂ ਸੰਖੇਪ ਜੀ ਬੇਨਤੀ ਕਰਦੇ ਹਾਂ, ਤਤ ਗਿਆਨ ਹੁੰਦਾ ਕੀ ਹੈ। ਮਹਾਤਮਾ ਬੁੱਧ ਕੋਲ ਇੱਕ ਜਗਿਆਸੂ ਗਿਆ ਤੇ ਕਹਿਣ ਲੱਗਾ ਮਹਾਰਾਜ ਮੈਨੂੰ ਗਿਆਨ ਕਰਾਓ। ਗਿਆਨ ਕਿਤਾਬੀ ਗਿਆਨ ਨਹੀਂ, ਤਤ ਗਿਆਨ, ਠੋਸ ਗਿਆਨ। ਤਾਂ ਲਿਖਿਆ ਵੀ ਮਹਾਤਮਾ ਨੇ ਇੱਕ ਕਾਗਜ਼ ਤੇ ਕਿਸੇ ਦਾ ਪਤਾ ਲਿਖ ਦਿੱਤਾ, ਐਡਰੈਸ ਲਿਖ ਦਿੱਤਾ, ਤੇ ਉਹਨੂੰ ਕਹਿਣ ਲੱਗਾ ਲੈ ਇਸ ਐਡਰੈਸ ਤੇ ਪਹੁੰਚ ਜਾ, ਮੇਰਾ ਨਾਂ ਲਵੀਂ, ਉਹ ਤੈਨੂੰ ਗਿਆਨ ਕਰਾ ਦੇਗਾ। ਹੁਣ ਮਹਾਤਮਾ ਬੁੱਧ ਦਾ ਪ੍ਰਭਾਵ ਹੈ, ਉਹ ਮੰਜ਼ਲਾ ਮਾਰਦਾ ਹੋਇਆ ਜਦੋਂ ਉੱਥੇ ਪਹੁੰਚਿਆ ਤੇ ਜਾ ਕੇ ਕੀ ਵੇਖਿਆ, ਉਹ ਤੇ ਕੋਈ ਚੱਕਰਵਰਤੀ ਸਮਰਾਟ ਹੈ, ਉਹਦਾ ਪਤਾ ਹੈ। ਉਹਦੇ ਬੰਗਲੇ ਦੇ ਆਲੇ ਦੁਆਲੇ ਪਹਿਰਾ ਲੱਗਾ ਹੋਇਆ, ਉਹਨੇ ਪਰਚੀ ਦਿੱਤੀ, ਰਸੀਦ ਦਿੱਤੀ, ਗਾਰਡ ਕਹਿਣ ਲੱਗੇ ਵੀ ਠਹਿਰ। ਥੋੜੀ ਦੇਰ ਬਾਅਦ ਆ ਕੇ ਕਹਿਣ ਲੱਗੇ ਵੀ ਤੈਨੂੰ ਪਰਮਿਸ਼ਨ ਮਿਲ ਗਈ, ਤੂੰ ਅੰਦਰ ਆ ਸਕਣਾ। ਜਿਸ ਵੇਲੇ ਅੰਦਰ ਗਿਆ ਤੇ ਉੱਥੇ ਮਹਿਫਲ ਸਜੀ ਹੋਈ ਸੀ, ਉਹਦੇ ਆਲੇ ਦੁਆਲੇ ਲੋਕ ਬੈਠੇ ਹੋਏ ਨੇ। ਅਸੀਂ ਹੁਣ ਵੀ ਕਈ ਵਾਰ ਟੰਕਣ ਕਰਨੇ ਆ ਨਾ, ਮਹਾਰਾਜਾ ਰਣਜੀਤ ਸਿੰਘ ਇੱਦਾਂ ਦਾ ਸੀ, ਉਹ ਭਗਵੰਤ ਮਾਨ ਇੱਦਾਂ ਦਾ ਹੈ, ਦੂਜੇ ਉਹ ਭਲੇ ਉਹ ਕੋਈ ਗ੍ਰੰਥੀ ਥੋੜਾ ਨੇ ਕਿਸੇ ਗੁਰਦੁਆਰੇ ਦੇ, ਜਾਂ ਉਹ ਪਾਠੀ ਨੇ ਵੀ ਤੁਸੀਂ ਇੱਦਾਂ ਦੀ ਉਮੀਦ ਕਰੋ ਵੀ ਉਹ ਗਾਤਰਾ ਉੱਤੋਂ ਦੀ ਪਾ ਕੇ ਰੱਖਣ, ਫਿਰ ਇੱਦਾਂ ਉੱਦਾਂ। ਦੇਖੋ ਜਿਹੜੇ ਸਮਰਾਟ ਲੋਕ ਨੇ ਉਹਨਾਂ ਦੀ ਕੰਪਨੀ ਕੁਝ ਇੱਦਾਂ ਦੀ ਹੁੰਦੀ ਹੈ। ਮੰਨ ਲਿਆ ਹੁਣ ਕੋਈ ਦੇਸ਼ ਦਾ ਪ੍ਰਧਾਨ ਮੰਤਰੀ ਡਰਿੰਕ ਨਹੀਂ ਕਰਦਾ,
ਪਰ ਕਿਸੇ ਦੂਜੀ ਕੰਟਰੀ ਦਾ ਕੋਈ ਰਾਸ਼ਟਰਪਤੀ ਪ੍ਰਾਈਮ ਮਿਨਿਸਟਰ ਗਿਆ ਹੈ ਤੇ ਉੱਥੋਂ ਪਹਿਲਾਂ ਉਹਨਾਂ ਨੇ ਉਹਦੀ ਰੇਕੀ ਕਰਾਣੀ ਹੈ ਵੀ ਲਾਈਕ ਕੀ ਕਰਦਾ, ਕਿੱਦਾਂ ਦਾ ਇਹ ਖਾਣਾ ਲਾਈਕ ਕਰਦਾ ਹੈ, ਕਿੱਦਾਂ ਉਹ ਸਾਰਾ ਕੁਝ ਪਹਿਲਾਂ ਇਨਫੋਰਮੇਸ਼ਨ ਉਹਨਾਂ ਕੋਲ ਪਹੁੰਚ ਜਾਂਦੀ, ਉੱਦਾਂ ਦੀ ਉਹ ਤਿਆਰੀ ਕਰ ਲੈਂਦੇ ਨੇ। ਉੱਥੇ ਮਹਿਫਲ ਸਜੀ ਹੋਈ ਸੀ, ਵੇਖ ਕੇ ਨੇ ਨੱਕ ਚੜਾਇਆ ਵੀ ਮੈਂ ਤੇ ਗਿਆਨ ਹਾਸਲ ਕਰਨਾ ਹੈ ਤੇ ਕੈਸੇ ਲੋਕਾਂ ਕੋਲ ਮੈਨੂੰ ਭੇਜ ਦਿੱਤਾ, ਇਹ ਤੇ ਸਾਰਾ ਵਾਤਾਵਰਨ ਹੀ ਉਲਟਾ ਹੈ। ਪਰ ਚਲੋ ਮਹਾਤਮਾ ਨੇ ਭੇਜਿਆ, ਬਰਦਾਸ਼ਤ ਤੇ ਕਰਨਾ ਪਏਗਾ। ਪਰਚੀ ਦਿੱਤੀ, ਉਹ ਕਹਿਣ ਲੱਗੇ ਜੀ ਆਇਆਂ ਨੂੰ, ਹੁਣ ਤੇ ਮੈਂ ਮਸ਼ਰੂਫ ਹਾਂ, ਤੁਹਾਡੇ ਨਾਲ ਮੈਂ ਸਵੇਰੇ ਗੱਲ ਕਰਾਂਗਾ। ਸਿਪਾਹੀ ਨੂੰ ਕਹਿਣ ਲੱਗੇ ਇਹਨਾਂ ਨੂੰ ਖਾਣਾ ਖਵਾ ਦਿਓ ਤੇ ਕਮਰਾ ਦੇ ਦਿਓ। ਖਾਣਾ ਖਵਾ ਦਿੱਤਾ। ਸ਼ਾਹੀ ਮਹੱਲ ਦੇ ਵਿੱਚ ਬਾਲਕੋਨੀ 'ਚ ਤੁਰਦਿਆਂ ਕਈ ਕਮਰਿਆਂ ਦੇ ਦਰਵਾਜ਼ੇ ਲੰਘੇ। ਇੱਕ ਥਾਂ ਤੇ ਸਿਪਾਹੀ ਰੁਕਿਆ, ਉਹਨੇ ਦਰਵਾਜ਼ੇ ਦੇ ਉੱਤੇ ਹੱਥ ਰੱਖ ਕੇ ਉਹਨੂੰ ਪੁਸ਼ ਕੀਤਾ, ਅੰਦਰ ਤੱਕਿਆ, ਦਰਵਾਜ਼ਾ ਖੁੱਲ੍ਹ ਗਿਆ। ਸਾਹਮਣੇ ਹੱਥ ਕਰਕੇ ਕਹਿਣ ਲੱਗਾ ਗਠੜੀ ਕਿੱਲੀ ਨਾਲ ਟੰਗ ਦਿਓ ਤੇ ਸਾਹਮਣੇ ਆਰਾਮ ਕਰ ਸਕਦੇ ਹੋ ਤੁਸੀਂ। ਥੱਕਿਆ ਮਾਂਦਾ ਉਹ ਕਿੱਲੀ ਨਾਲ ਗਠੜੀ ਟੰਗ ਦਿੱਤੀ ਔਰ ਸਿੰਗਲ ਬੈੱਡ ਜਿਵੇਂ ਜੋੜਾ ਲਾ ਕੇ ਉਹਦੇ ਤੇ ਲੇਟਿਆ, ਉੱਪਰ ਨਿਗਾਹ ਪਈ ਤੇ ਅੱਬੜਵਾਏ ਉੱਠ ਖਲੋਤਾ। ਵਜ੍ਹਾ ਇਹ ਸੀ ਕਿ ਉੱਪਰ ਨੰਗੀ ਕਿਰਚ ਜਿਹੜੀ ਹੈ ਉਹ ਬਰੀਕ ਜਿਹੇ ਧਾਗੇ ਨਾਲ, ਸੂਤਰ ਦੇ ਨਾਲ, ਕੱਚੇ ਧਾਗੇ ਨਾਲ ਉੱਪਰੋਂ ਲਟਕਾਈ ਹੋਈ ਸੀ ਔਰ ਰੋਸ਼ਨਦਾਨ ਖੁੱਲ੍ਹਾ ਹੋਇਆ ਸੀ। ਕਦੀ ਕਦੀ ਜਦੋਂ ਹਵਾ ਦਾ ਬੁੱਲਾ ਜ਼ਿਆਦਾ ਹੁੰਦਾ ਸੀ ਤੇ ਉਹ ਕਿਰਚ ਨੂੰ ਥੋੜ੍ਹਾ ਜਿਹਾ ਹਿਲਾ ਵੀ ਜਾਂਦਾ ਸੀ ਔਰ ਬਿਲਕੁਲ ਇਸ ਤਰ੍ਹਾਂ ਟੰਗੀ ਹੋਈ ਸੀ ਵੀ ਸਿੱਧੀ ਛਾਤੀ 'ਚ ਉਤਰ ਜਾਏ ਜੇ ਧਾਗਾ ਟੁੱਟ ਜਾਏ। ਅੱਬੜਵਾਏ ਉੱਠ ਕੇ ਬੈੱਡ ਧਰੀਕਣਾ ਚਾਹਿਆ ਪਰ ਪਤਾ ਲੱਗਾ ਬੈੱਡ ਫਿਕਸ ਹੈ। ਹੁਣ ਕੀ ਕਰਾਂ? ਦਰਵਾਜ਼ੇ ਵੱਲ ਲਪਕ ਕੇ ਗਿਆ ਤੇ ਦਰਵਾਜ਼ਾ ਬਾਹਰੋਂ ਬੰਦ ਸੀ। ਇਹ ਬੜਾ ਕੋਝਾ ਮਜ਼ਾਕ ਕੀਤਾ ਇਹਨਾਂ ਨੇ। ਹੁਣ ਕਰਾਂ ਕੀ? ਹੁਣ ਉਹਦੇ ਤੇ ਲੇਟ ਗਿਆ ਔਰ ਨਿਗਾਹ ਜਿਹੜੀ ਹੈ ਉਹ ਨੰਗੀ ਕਿਰਚ ਵਿੱਚ ਹੈ ਔਰ ਉਹਨੂੰ ਵੇਖੀ ਜਾਂਦਾ ਹੈ ਵੀ ਜਿਵੇਂ ਹੀ ਥੋੜ੍ਹੀ ਜਿਹੀ ਹਲਚਲ ਹੋਈ ਮੈਂ ਸਾਈਡ ਤੇ ਹੋ ਕੇ ਬਚ ਜਾਵਾਂਗਾ। ਔਰ ਸਾਰੀ ਰਾਤ ਇਸੇ ਤਰ੍ਹਾਂ ਹੀ ਲੰਘ ਗਈ। ਸਵੇਰ ਹੋਈ, ਸਮਰਾਟ ਖੁਦ ਆਇਆ, ਉਹਨੇ ਨੋਕ ਕੀਤਾ, ਨੋਕ ਕਰਕੇ ਪੁਸ਼ ਕਰਕੇ ਅੰਦਰ ਆਇਆ, ਹੱਸਦਾ ਹੱਸਦਾ ਕਹਿਣ ਲੱਗਾ ਕੋਈ ਦਿੱਕਤ ਤੇ ਨਹੀਂ ਨਾ ਹੋਈ? ਉਹ ਤੇ ਸਾਰੀ ਰਾਤ ਦਾ ਕਲਪਿਆ, ਕਹਿੰਦਾ ਦਿੱਕਤ ਕਾਹਦੀ ਹੈ ਮਹਾਰਾਜ, ਕੈਸਾ ਹੋਛਾ ਮਜ਼ਾਕ ਹੈ, ਐਡੇ ਵੱਡੇ ਸਮਰਾਟ ਹੋ ਕੇ ਕਿੱਦਾਂ ਦੇ ਮਜ਼ਾਕ ਕਰਦੇ ਹੋ? ਸਾਰੀ ਰਾਤ ਸੂਲੀ ਤੇ ਚੜਿਆ ਰਿਹਾ ਵਾਂ। ਸ਼ਾਂਤ ਕਰਦਾ ਹੋਇਆ ਸਮਰਾਟ ਕਹਿਣ ਲੱਗਾ ਪਰ ਗੁੱਸਾ ਨਾ ਕਰ, ਧਿਆਨ ਨਾਲ ਮੇਰੀ ਗੱਲ ਸੁਣ, ਇੱਥੇ ਆਇਆ ਕੀ ਕਰਨਾ ਹੈ? ਮੈਂ ਤੇ ਮਹਾਤਮਾ ਬੁੱਧ ਕੋਲ ਗਿਆ ਸਾਂ, ਮੈਨੂੰ ਗਿਆਨ ਹਾਸਲ ਕਰਾਓ। ਉਹ ਕਹਿਣ ਲੱਗਾ ਗਿਆਨ ਹੀ ਹਾਸਲ ਕਰਾਇਆ ਹੈ, ਇਹ ਜਾਣ ਬੁੱਝ ਕੇ ਟੰਗਾਈ ਸੀ। ਵਜ੍ਹਾ ਇਹ ਹੈ ਕਿ ਗਿਆਨ ਇਹ ਹੀ ਹੈ ਕਿ ਮੌਤ ਬਿਲਕੁਲ ਇਸ ਤਰ੍ਹਾਂ ਸਾਡੇ ਸਿਰ ਦੇ ਉੱਤੇ ਲਟਕ ਰਹੀ ਹੈ ਜਿਵੇਂ ਕੱਚੇ ਧਾਗੇ ਨਾਲ ਕਿਰਚ ਲਟਕ ਰਹੀ ਸੀ। ਕਦੋਂ ਹਵਾ ਦਾ ਬੁੱਲਾ ਆਵੇ ਤੇ ਇਹਨੂੰ ਤੋੜ ਕੇ ਤੇਰੇ ਸੀਨੇ ਵਿੱਚ ਉਤਰ ਜਾਏ। ਜਿਹੜਾ ਮਨੁੱਖ ਮੌਤ ਨੂੰ ਇਸ ਤਰ੍ਹਾਂ ਸਮਝਦਾ ਹੈ ਉਹ ਗਾਫਲਤਾ ਦੀ ਨੀਂਦ ਵਿੱਚ ਨਹੀਂ ਸੌਂਦਾ, ਔਰ ਜਿਹੜਾ ਗਾਫਲਤਾ ਦੀ ਨੀਂਦ ਵਿੱਚ ਨਹੀਂ ਸੌਂਦਾ ਉਹਦਾ ਜੀਵਨ ਸਫਲ ਹੋ ਜਾਂਦਾ ਹੈ। ਸੋ ਇਹ ਜਿਹੜਾ ਕੰਮ ਹੈ ਜਿਸ ਨੂੰ ਆਮ ਤੌਰ ਤੇ ਥੋੜਾ ਵਾਧੂ ਜਿਹਾ ਕੰਮ ਸਮਝਿਆ, ਇਹ ਕੰਮ ਸਭ ਤੋਂ ਮਹਿੰਗਾ ਕਸਬ ਹੈ। ਔਰ ਇੱਥੇ ਬੇਨਤੀਆਂ ਕਰਨ ਤੋਂ ਮੁਰਾਦ ਤੁਹਾਡੀ ਨਾਰਾਜ਼ਗੀ ਲੈਣ ਦਾ ਨਹੀਂ ਹੁੰਦਾ, ਅਵੇਅਰ ਕਰਨ ਦਾ ਮਤਲਬ ਹੁੰਦਾ ਹੈ। ਸੰਗਤ ਵਿੱਚ ਅਸੀਂ ਆਉਂਦੇ ਹਾਂ, ਇਕਾਗਰਤਾ ਨਾਲ ਬੈਠੀਏ, ਗੁਰਬਾਣੀ ਦਾ ਪਾਠ ਹੋ ਰਿਹਾ ਤੇ ਪਾਠ ਸੁਣੀਏ, ਕੀਰਤਨ ਹੋ ਰਿਹਾ ਤੇ ਕੀਰਤਨ ਸੁਣੀਏ, ਕਥਾ ਹੋ ਰਹੀ ਹੈ ਤੇ ਕਥਾ ਸੁਣੀਏ। ਹੁਣ ਤੁਸੀਂ ਵੇਖੋ ਬਈ ਅਧਿਆਪਕ ਲੈਕਚਰ ਸਟੈਂਡ ਤੇ ਖੜਾ ਹੋ ਕੇ ਮੈਥ ਪੜ੍ਹਾ ਰਿਹਾ ਹੋਵੇ, ਤੁਸੀਂ ਕੈਮਿਸਟਰੀ ਦੀ ਕਿਤਾਬ ਖੋਲ ਕੇ ਬੈਠੇ ਹੋ, ਸਮਝਦੇ ਹੋ ਨਾ ਮੇਰੀ ਗੱਲ ਨੂੰ? ਉਹ ਬਾਇਓਲੋਜੀ ਪੜ੍ਹਾ ਰਿਹਾ ਹੈ, ਤੁਸੀਂ ਫਿਜ਼ਿਕਸ ਖੋਲ ਕੇ ਬੈਠੇ ਹੋ, ਨਾ ਬਾਇਓਲੋਜੀ ਪੜ੍ਹੀ ਜਾਏਗੀ ਨਾ ਫਿਜ਼ਿਕਸ ਪੜ੍ਹੀ ਜਾਏਗੀ। ਹੁਣ ਇਹ ਬੇਨਤੀਆਂ ਨਾਰਾਜ਼ ਕਰਨ ਵਾਸਤੇ ਥੋੜ੍ਹਾ ਨੇ, ਤੁਹਾਡੇ ਲਾਭ ਵਾਸਤੇ ਨੇ। ਤੁਸੀਂ ਸਕੂਲਾਂ ਕਾਲਜਾਂ 'ਚੋਂ ਪੜ੍ਹ ਕੇ ਆਏ ਹੋ, ਐਸਾ ਨਹੀਂ ਸੀ ਹੁੰਦਾ ਵੀ ਪੀਰੀਅਡ ਹੋਰ ਚੱਲ ਰਿਹਾ ਤੇ ਤੁਸੀਂ ਕਿਤਾਬ ਹੋਰ ਚੁੱਕ ਕੇ ਬੈਠੇ ਹੋ। ਇੱਕ ਟਾਈਮ ਤੇ ਇੱਕ ਹੀ ਕੰਮ ਹੋ ਸਕਦਾ ਹੈ। ਇੱਕ ਪੀਰੀਅਡ ਜੀਵਨ ਵਿੱਚ ਆਉਂਦਾ ਹੈ ਜਦੋਂ ਬੰਦਾ ਇੰਨਾ ਅਤਾਵਲਾ ਹੋ ਜਾਂਦਾ ਹੈ ਵੀ ਮੈਂ ਕਾਹਲੀ ਕਾਹਲੀ ਆਹ ਵੀ ਕਰ ਲਾਂ, ਆਹ ਵੀ, ਹੁੰਦਾ ਕੁਛ ਵੀ ਨਹੀਂਗਾ।
ਇਸ ਲਈ ਇੱਕ ਸਮੇਂ ਤੇ ਇੱਕ ਹੀ ਸਿੱਖ ਰਹਿਤ ਮਰਿਆਦਾ 'ਚ ਲਿਖਿਆ ਵੀ ਇੱਕ ਭਵਨ ਵਿੱਚ 2 ਅਖੰਡ ਪਾਠ ਨਹੀਂ ਰੱਖੇ ਜਾ ਸਕਦੇ। ਹਾਲਾਂਕਿ 100 ਪਾਠ ਰੱਖਿਆ ਜਾਂਦਾ, ਚਲੋ ਰੱਖੋ, ਮੈਨੂੰ ਕੀ ਫਰਕ ਪੈਂਦਾ। ਚੰਗੀ ਗੱਲ ਤੇ ਅਸੀਂ ਵੀ ਪਾਠ ਇੱਕ ਜਣਾ ਕਰੇ ਤੇ 100 ਜਣਾ ਸਾਹਮਣੇ ਬੈਠ ਕੇ ਸੁਣੇ। ਅਸੀਂ 100 ਪਾਠ ਕਰ ਰਹੇ ਹਾਂ, ਸੁਣਨ ਵਾਲਾ ਅੱਗੇ ਇੱਕ ਵੀ ਨਹੀਂ ਗਾ। ਹੁਣ ਕੀ ਇਹ ਬੇਨਤੀਆਂ ਇਹਨਾਂ ਸੰਪਰਦਾਵਾਂ ਨੂੰ ਨਾਰਾਜ਼ ਕਰਨ ਲਈ ਨੇ? ਨਹੀਂ ਭਾਈ, ਤੁਸੀਂ ਸਾਡਾ ਹਿੱਸਾ ਜੇ, ਤੁਸੀਂ ਤੇ ਸਾਡੇ ਸਾਹਿਬ ਜੇ, ਤੁਹਾਡੇ ਕਰਕੇ ਤੇ ਸਾਡੀ ਕੌਮ ਹੈ। ਨਮਸਕਾਰ ਹੈ ਬਈ ਤੁਹਾਡੇ ਚਰਨਾਂ 'ਚ। ਪਰ ਜਿੱਥੇ ਅਸੀਂ ਗਲਤੀ ਕਰ ਗਏ ਹਾਂ, ਭਾਵੇਂ ਸਾਨੂੰ 20 ਸਾਲ ਹੋ ਗਏ ਨੇ, ਸਾਨੂੰ ਐਕਸੈਪਟ ਕਰ ਲੈਣਾ ਚਾਹੀਦਾ। ਹੁਣ ਕਹਿੰਦੇ ਹੰਕਾਰ ਨੂੰ ਠੇਸ ਪਹੁੰਚੇਗੀ, ਜਗਿਆਸੂ ਕਹਿਣਗੇ ਵੀ 20 ਸਾਲ ਗਲਤੀ ਹੀ ਕਰਦੇ ਰਹੇ ਹੋ। ਨਹੀਂ ਭਾਈ, ਭਾਵੇਂ 30 ਸਾਲ ਹੋ ਗਏ ਨੇ, ਜਿਹੜੀ ਮਿਸਟੇਕ ਹੈ ਉਹਨੂੰ ਸੁਧਾਰ ਲੈਣਾ ਚਾਹੀਦਾ। ਸੋ ਮੈਂ ਅਰਜ਼ ਕਰ ਰਿਹਾ ਸਾਂ, ਫਿਰ ਹਜ਼ੂਰ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਤਰਸ ਕਰ ਰਹੇ ਨੇ ਸਾਡੇ ਤੇ ਕਹਿ ਰਹੇ ਨੇ, ਇਹ ਗੁਰੂ ਦੇ ਗਿਆਨ ਕੋਈ ਬੁੱਝੋ ਗਿਆਨੀ ਕਰੋ ਨਵੇਰਾ। ਕਿਹੜਾ ਗਿਆਨ? ਤਤ ਗਿਆਨ। ਮੈਂ ਕੌਣ ਹਾਂ, ਕਿੱਥੋਂ ਆਇਆ ਹਾਂ, ਮੇਰੇ ਜੀਵਨ ਦਾ ਪ੍ਰਯੋਜਨ ਕੀ ਹੈ, ਮੇਰੇ ਜੀਵਨ ਦਾ ਪ੍ਰਯੋਜਨ ਕੀ। ਮੈਂ ਉੱਥੇ ਗੁਰਦੁਆਰਾ ਦਮਦਮਾ ਸਾਹਿਬ ਲੁਧਿਆਣੇ ਇਤਿਹਾਸਕ ਸਥਾਨ ਹੈ, ਸੇਵਾ ਉੱਥੇ ਚੱਲ ਰਹੀ ਸੀ। ਕਥਾ ਤੋਂ ਸਮਾਪਤੀ ਹੋਈ ਤੇ ਇੱਕ ਬੀਬੀ ਪਿੱਛੇ ਆ ਗਈ, ਆਖਣ ਲੱਗੀ, ਗਿਆਨੀ ਜੀ ਮੈਂ 15 ਮਿੰਟ ਦਫ਼ਤਰ 'ਚ ਖੜੀ ਹੋ ਕੇ ਆਈ ਹਾਂ, ਕੋਈ ਗੱਲ ਹੀ ਨਹੀਂ ਸੁਣਦਾ। ਮੈਂ ਪਾਠ ਬੁੱਕ ਕਰਾਉਣਾ ਸੀ। ਮੈਂ ਸੰਬੰਧਿਤ ਵਿਅਕਤੀ ਨੂੰ ਪੁੱਛਿਆ, ਮੈਂ ਗੁਰਮੁਖ ਪਿਆਰਿਓ, ਇਹ ਬੀਬੀ ਕਹਿੰਦੀ ਮੈਂ ਪਾਠ ਬੁੱਕ ਕਰਾਉਣਾ ਸੀ, ਮੇਰੀ ਕਿਸੇ ਗੱਲ ਨਹੀਂ। ਕਹਿੰਦਾ ਮੈਂ ਤੇ ਦਫ਼ਤਰ ਬੈਠਾ ਸਾਂ। ਕਿਹੜੀ ਬੀਬੀ ਹੈ? ਲਿਆਓ। ਮੈਂ ਲਿਆਂਦੀ। ਕਹਿਣ ਲੱਗੀ ਜੀ ਇਹ। ਮੈਂ ਕਿਹਾ ਜੀ ਇਹ ਬੀਬੀ ਹੈ। ਉਹ ਕਹਿਣ ਲੱਗਾ ਇਹ ਬੀਬੀ ਆਈ ਸੀ, 10-15 ਮਿੰਟ ਇੱਥੇ ਖੜੀ ਰਹੀ ਹੈ, ਤੇ ਮੈਂ ਕਿਹਾ ਤੁਸੀਂ ਡਿਸਕਸ ਨਹੀਂ ਕੀਤੀ? ਕਹਿਣ ਲੱਗਾ ਜੀ ਮੈਂ ਪਾਠ ਕਰ ਰਿਹਾ ਸੀ। ਇਸ ਪਾਠ ਨਾਲੋਂ ਕਿਤੇ ਚੰਗਾ ਹੁੰਦਾ ਤੂੰ ਉਹਦੀ ਗੱਲ ਸੁਣ ਲੈਂਦਾ। ਪਾਠ ਤੂੰ ਆਪਣੇ ਟਾਈਮ ਤੇ ਕਰਨਾ ਸੀ, ਇਹ ਤੇਰੀ ਡਿਊਟੀ ਹੈ, ਇਹਦੀ ਤੂੰ ਸੈਲਰੀ ਲੈਣਾ ਹੈ। ਵੇਖੋ ਜੀ, ਉਹ ਤੇ ਗੁਰਬਾਣੀ ਪਾਠ ਕਰਨ ਵਾਲਿਆਂ ਨੂੰ ਵੀ ਭੰਡ ਦੇਣ। ਉਹ ਨਹੀਂ ਗੁਰਮੁਖਾ, ਤੂੰ ਪਾਠ ਕਰ ਹੀ ਨਹੀਂ ਸਰਿਆ। ਉਸ ਵਕਤ ਤੇਰੀ ਜਿਹੜੀ ਜੌਬ ਹੈ, ਹੁਣ ਮੈਂ ਇੱਥੇ ਕਥਾ ਕਰਨ ਲਈ ਤੁਸੀਂ ਬਾਇਆ, ਮੈਂ ਇੱਥੇ ਹੁਣ ਸਿਮਰਨ ਕਰਨ ਲੱਗ ਪਾ, ਅੱਖਾਂ ਮੀਟ ਕੇ ਬਹਿ ਜਾ, ਮੈਂ ਤਾਂ ਜੀ ਮੈਡੀਟੇਸ਼ਨ ਕਰ ਰਿਹਾ। ਇਹ ਤੇ ਸਭ ਤੋਂ ਉੱਤਮ ਕੰਮ ਹੈ ਨਾਮ ਜਪਣਾ। ਉਹ ਨਾਮ ਜਪ ਆਪਣੇ ਟਾਈਮ 'ਚ। ਇੱਥੇ ਤੈਨੂੰ ਕੁਝ ਬੋਲਣ ਲਈ ਬਿਠਾਇਆ, ਬੋਲ ਬੋਲ ਸੋ ਧਰਮੜੀਆ ਮੋਨ ਕਤ ਧਾਰੀ ਰਾਮ। ਵਕਤ ਹੁੰਦਾ ਨਾ ਹਰ ਇੱਕ ਚੀਜ਼ ਦਾ। ਸੋ ਇਹ तमाम ਬੇਨਤੀਆਂ ਇਸ ਵਾਸਤੇ ਕਿ ਆਮ ਤੌਰ ਤੇ ਪ੍ਰਚਾਰਕ ਆਉਂਦੇ ਨੇ, ਉਹਨਾਂ ਕੋਲ ਫੁਰਸਤ ਹੀ ਨਹੀਂ, ਭੱਜੇ ਹੀ ਫਿਰਨਾ ਸਾਰਾ ਦਿਨ, ਜਿਵੇਂ ਸਬੂਤੀ ਪੂੰਡਾਂ ਦੀ ਖੱਖਰ ਪਿੱਛੇ ਲੱਗੀ ਹੋਵੇ। ਸੰਗਤ ਜੋੜਨ ਦੇ ਆ ਜਿਹੜੀ ਰੂਟੀਨ ਵਿੱਚ ਸੰਗਤ ਆਉਂਦੀ, ਇਹ ਜੋੜਨ 'ਚ ਕੋਈ ਦਿਲਚਸਪੀ ਨਹੀਂ, ਬਹੁਤ ਘੱਟ ਸਿੰਘਾਂ ਨੂੰ ਛੱਡ ਕੇ। ਔਰ ਸੁਧਾਰ ਦੀ ਤੇ ਗੱਲ ਹੀ ਨਾ ਕਰੋ। ਅਸੀਂ ਕੀ ਲੈਣਾ ਲੋਕਾਂ ਨੂੰ ਨਾਰਾਜ਼ ਕਰਕੇ? ਪਰ ਚਲੋ ਵਿਰਲੇ ਵਿਰਲੇ ਮੇਰੇ ਵਰਗੇ ਸ਼ਦਾਈ ਵੀ ਹੈਗੇ ਨੇ। ਤੋ ਇਹ तमाम ਬੇਨਤੀਆਂ ਕੌਮ ਨੂੰ ਬਹਾਲ ਕਰਨ ਵਾਸਤੇ, ਸਾਡੇ ਗੁਰਦੁਆਰਿਆਂ ਦੀ ਰੌਣਕ ਨੂੰ ਬਹਾਲ ਕਰਨ ਵਾਸਤੇ, ਸਿਸਟੇਮੈਟਿਕਲੀ ਧਰਮ ਵਿੱਚ ਪ੍ਰਵਿਰਤ ਹੋਣ ਵਾਸਤੇ, ਪ੍ਰਵਿਰਤੀ ਕਰਮ ਦੜਾਇਆ ਬਲਰਾਮ ਜੀਓ, ਖੁਸ਼ੀ ਲੈਣ ਵਾਸਤੇ। ਇਸ ਲਈ ਉਮੀਦ ਹੈ ਤੁਸੀਂ ਮਾਫ ਕਰ ਦਿਓਗੇ। ਇਤਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਹੋਈਆਂ, ਬੇਅੰਤ ਭੁੱਲਾਂ ਗਲਤੀਆਂ ਵਾਸਤੇ ਖਿਮਾ ਦਾ ਵੀ ਜਾ ਚੱਕਾਂ। ਸਾਡੇ ਬਹੁਤ ਹੀ ਸਨਮਾਨਯੋਗ ਗੁਰਮੁਖ ਪਿਆਰੇ ਗਿਆਨੀ ਸੁਖਵਿੰਦਰ ਸਿੰਘ ਜੀ ਸਟੇਜ ਤੇ ਸ਼ਸ਼ੋਭਤ ਨੇ। ਆਓ ਭਾਈ ਸਾਹਿਬ ਹੁਣਾਂ ਤੋਂ ਆਨੰਦ ਸਾਹਿਬ ਦਾ ਜਾਪ ਸਰਵਣ ਕਰਕੇ ਲਾਹੇ ਪ੍ਰਾਪਤ ਕਰੀਏ। ਅੰਤ ਗੁਰੂ ਫਤਿਹ ਦੀ ਸਾਂਝ ਕਰਦੇ ਹੋਏ ਆਗਿਆ ਦਿਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।